Hello students, myself Ramneek Singh, lecturer physics, अर्निंग वाला शेख सुभान। ਅੱਜ ਦਾ ਜਿਹੜਾ ਟੌਪਿਕ ਆਪਾਂ ਕਰਨ ਜਾ ਰਹੇ ਹਾਂ ਉਹ ਆਪਣਾ ਹੈਗਾ ਕਪੈਸਿਟੀ ਆਫ ਅ ਪੈਰਲਲ ਪਲੇਟ ਕਪੈਸਿਟਰ ਵਿਦ ਡਾਇਲੈਕਟ੍ਰਿਕ ਇਨਸਰਟਿਡ ਬਿਟਵੀਨ ਦੀ ਪਲੇਟਸ। ਠੀਕ ਹੈ ਜੀ, ਜਿਵੇਂ ਕਿ ਤੁਹਾਨੂੰ ਫਿਗਰ ਦੇ ਵਿੱਚ ਨਜ਼ਰ ਆ ਰਿਹਾ ਵੀ ਇੱਕ ਡਾਇਲੈਕਟ੍ਰਿਕ ਹੈ, ਜਿਹੜਾ ਮਟੀਰੀਅਲ ਹੈ ਡਾਇਲੈਕਟ੍ਰਿਕ, ਉਹਨੂੰ ਆਪਾਂ ਕੀ ਕੀਤਾ ਇੱਕ ਪੈਰਲਲ ਪਲੇਟ ਕਪੈਸਿਟਰ ਦੇ ਵਿੱਚ ਰੱਖਿਆ ਗਿਆ। ਕਿਸ ਤਰ੍ਹਾਂ ਨਾਲ ਰੱਖਿਆ ਗਿਆ? ਪਾਰਸ਼ਲੀ ਫਿਲਿੰਗ, ਕੰਪਲੀਟਲੀ ਫਿਲਿੰਗ ਨਹੀਂ, ਪਾਰਸ਼ਲੀ ਫਿਲਿੰਗ ਆਫ ਥਿਕਨੈਸ ਟੀ। ਠੀਕ ਹੈ ਜੀ, ਡਾਇਲੈਕਟ੍ਰਿਕ ਦੇ ਬਾਰੇ ਦੇ ਆਪਾਂ ਪਹਿਲਾਂ ਜਿਹੜਾ ਵੀਡੀਓ ਦੇ ਵਿੱਚ ਡਿਸਕਸ ਕਰ ਚੁੱਕੇ ਹਾਂ। ਠੀਕ ਹੈ ਜੀ, ਪਲੀਜ਼ ਉਹ ਵੀਡੀਓ ਨੂੰ ਰੈਫਰ ਕਰ ਲਿਆ ਜਾਵੇ। ਫਿਰ ਵੀ ਆਪਾਂ ਚਲੋ ਸ਼ੁਰੂ ਕਰਨ ਤੋਂ ਪਹਿਲਾਂ ਥੋੜਾ ਜਿਹਾ ਇੰਟਰੋਡਕਸ਼ਨ। ਡਾਈ ਪਲਸ ਇਲੈਕਟ੍ਰਿਕ। ਠੀਕ ਹੈ ਜੀ, ਡਾਈ ਮੀਨਸ ਟੂ, electric means electrical behavior. So what are dielectrics? Dielectrics are the materials which are usually insulator. ठीक है जी, when no electric field is applied, कहने का मतलब ਉਹ ਆਪਦੇ ਵਿੱਚੋਂ ਇਲੈਕਟ੍ਰਿਕ ਫੀਲਡ ਹੈ ਜਿਹੜਾ ਚਾਰਜ ਹੈ ਜਿਹੜਾ ਉਹਨੂੰ ਪਾਸ ਨਹੀਂ ਕਰਨ ਦਿੰਦੇ ਜਦੋਂ ਇਲੈਕਟ੍ਰਿਕ ਫੀਲਡ ਅਪਲਾਈ ਨਹੀਂ ਕੀਤੀ ਹੁੰਦੀ। ਬਟ ਵੈਨ ਇਲੈਕਟ੍ਰਿਕ ਫੀਲਡ ਇਜ਼ ਅਪਲਾਈਡ, ਵੈਨ ਇਲੈਕਟ੍ਰਿਕ ਫੀਲਡ ਇਜ਼ ਅਪਲਾਈਡ। ਠੀਕ ਹੈ ਜੀ, ਮੰਨ ਲਓ ਆ ਆਪਾਂ ਕੀ ਕੀਤਾ, ਇਲੈਕਟ੍ਰਿਕ ਫੀਲਡ ਅਪਲਾਈ ਕਰਤੀ, ਇੱਕ ਸਾਈਡ ਤੇ ਪੋਜ਼ਿਟਿਵ ਪਲੇਟ ਰੱਖਤੀ, ਇੱਕ ਸਾਈਡ ਤੇ ਨੈਗੇਟਿਵ ਪਲੇਟ, ਵਿਚਕਾਰ ਆਪਾਂ ਕਿਹੜਾ ਮਟੀਰੀਅਲ ਰੱਖਤਾ? ਡਾਇਲੈਕਟ੍ਰਿਕ। ਤਾਂ ਕੀ ਹੋਊਗਾ? ਸਟ੍ਰੈਚਿੰਗ ਆਫ ਦੀ ਮੋਲੀਕਿਊਲਸ, ਕਿਉਂਕਿ ਜਿਹੜਾ ਡਾਇਲੈਕਟ੍ਰਿਕ ਹੈ ਉਹ ਹਰੇਕ ਚੀਜ਼ ਐਟਮ ਤੋਂ ਮਿਲ ਕੇ ਬਣੀ, ਐਟਮ ਤੋਂ ਕਮ ਮੋਲੀਕਿਊਲ। ਠੀਕ ਹੈ ਜੀ, ਜਾਂ ਆਪਾਂ ਐਟਮ ਦੀ ਗੱਲ ਕਰੀਏ, ਜਿਹੜਾ ਐਟਮ ਪਹਿਲਾਂ ਆਪਣੇ ਕੋਲ ਸਫੈਰੀਕਲ ਇਨ ਸ਼ੇਪ ਸੀ ਉਹ ਆਪਣੇ ਕੋਲ ਆਬਸੋਲੇਟ ਹੋ ਜਾਏਗਾ। ਠੀਕ ਹੈ ਜੀ, ਜਿਹੜਾ ਪੋਜ਼ਿਟਿਵ ਸਾਈਡ ਆਫ ਦੀ ਇਲੈਕਟ੍ਰਿਕ ਫੀਲਡ ਹੈ ਉਹ ਨੈਗੇਟਿਵ ਜਿਹੜਾ ਚਾਰਜ ਹੈ ਇੱਕ ਐਟਮ ਦੇ ਵਿੱਚ ਜਾਂ ਮੋਲੀਕਿਊਲ ਦੇ ਵਿੱਚ ਉਹਨੂੰ ਸਟ੍ਰੈਚ ਆਪਦੇ ਵੱਲ ਅਟਰੈਕਟ ਕਰੇਗੀ ਤੇ ਪੋਜ਼ਿਟਿਵ ਨੂੰ ਰਿਪੈਲ ਕਰੇਗੀ। ਠੀਕ ਹੈ ਜੀ, ਜਿਸ ਕਰਕੇ ਜਿਹੜੇ ਪਹਿਲਾਂ ਆਪਣੇ ਕੋਲ ਕੀ ਸਫੈਰੀਕਲ ਇਨ ਸ਼ੇਪ ਸੀਗੇ ਉਹ ਸਾਰੇ ਆਪਣੇ ਕੋਲ ਕੀ ਹੋ ਜਾਣਗੇ? ਆਬਸੋਲੇਟ ਹੋ ਜਾਣਗੇ ਇਸ ਤਰ੍ਹਾਂ ਨਾਲ। ਠੀਕ ਹੈ ਜੀ, ਇੱਕ ਸਾਈਡ ਥੋੜਾ ਇਨਲਾਰਜ ਵਿਊ ਬਣਾ ਲੈਣੇ। ਠੀਕ ਹੈ ਜੀ, ਇਸ ਪ੍ਰੋਸੈਸ ਦੇ ਵਿੱਚ ਆਪਣੇ ਕੋਲ ਕੀ ਹੁੰਦਾ ਹੈ, ਜਿਹੜਾ ਮੋਲੀਕਿਊਲ ਹੈ, ਮੰਨ ਲਓ ਇੱਧਰ ਆਪਣੇ ਕੋਲ ਪੋਜ਼ਿਟਿਵ ਪਲੇਟ ਹੈ, ਇੱਧਰ ਆਪਣੇ ਕੋਲ ਨੈਗੇਟਿਵ ਹੈ, ਤਾਂ ਇੱਧਰਲੀ ਸਾਈਡ ਤੇ ਪੋਜ਼ਿਟਿਵ ਚਾਰਜ, ਇੱਧਰ ਨੈਗੇਟਿਵ। ਸਿਮਿਲਰਲੀ ਇੱਥੇ ਆਪਣੇ ਕੋਲ ਕੀ ਹੈ, ਇੱਧਰ ਨੈਗੇਟਿਵ, ਇੱਧਰ ਪੋਜ਼ਿਟਿਵ, ਇੱਧਰ ਆਪਣੇ ਕੋਲ ਕੀ ਹੈ? ਨੈਗੇਟਿਵ ਪੋਜ਼ਿਟਿਵ। ਜਿਹੜੇ ਇਨਰ ਹੈ ਚਾਰਜਿਸ ਪੋਜ਼ਿਟਿਵ ਨੈਗੇਟਿਵ ਇੱਕ ਦੂਸਰੇ ਨੂੰ ਕੈਂਸਲ ਕਰ ਦੇਣਗੇ। ਇੱਧਰ ਆਪਣੇ ਕੋਲ ਕੀ ਰਹਿ ਜਾਣਗੇ? ਅਨਕਵਰਡ ਨੈਗੇਟਿਵ ਚਾਰਜ, ਤੇ ਇੱਧਰ ਆਪਣੇ ਕੋਲ ਕੀ ਰਹਿ ਜਾਏਗਾ? ਅਨਕਵਰਡ ਪੋਜ਼ਿਟਿਵ ਚਾਰਜ। ਜਿਹਦੇ ਕਰਕੇ ਜਿਹੜਾ ਡਾਇਲੈਕਟ੍ਰਿਕ ਦੇ ਵਿਦਿਨ ਡਾਇਲੈਕਟ੍ਰਿਕ ਹੈ ਜਿਹੜੀ ਇੱਕ ਇਲੈਕਟ੍ਰਿਕ ਫੀਲਡ ਸੈਟਅਪ ਹੋ ਜਾਏਗੀ ਪੋਜ਼ਿਟਿਵ ਟੂ ਨੈਗੇਟਿਵ ਡਿਊ ਟੂ ਪੋਲਰਾਈਜੇਸ਼ਨ। ਦਿਸ ਪ੍ਰੋਸੈਸ ਇਜ਼ ਕਾਲਡ ਪੋਲਰਾਈਜੇਸ਼ਨ। ਠੀਕ ਹੈ ਜੀ, ਇੱਕ ਇਲੈਕਟ੍ਰਿਕ ਫੀਲਡ ਦੀ ਇਨ ਜਨਰਲ ਆਪਣੇ ਕੋਲ ਡਾਇਰੈਕਸ਼ਨ ਕੀ ਹੈ? ਪੋਜ਼ਿਟਿਵ ਟੂ ਨੈਗੇਟਿਵ, ਇਹ ਵਾਲੀ ਡਾਇਰੈਕਸ਼ਨ ਹੈ। ਓਰੀਜਨਲੀ ਐਕਸਟਰਨਲੀ ਅਪਲਾਈਡ ਇਲੈਕਟ੍ਰਿਕ ਫੀਲਡ ਹੈ ਜਿਹੜੀ ਇਨਸਾਈਡ ਆਪਣੇ ਕੋਲ ਕੀ ਹੋਗੀ? ਆਪੋਜ਼ਿਟ ਡਾਇਰੈਕਸ਼ਨ ਚ ਡਿਊ ਟੂ ਪੋਲਰਾਈਜੇਸ਼ਨ। ਠੀਕ ਹੈ ਜੀ, ਇਹਦਾ ਮਤਲਬ ਜਿਹੜੀ ਵਿੱਚ ਇਲੈਕਟ੍ਰਿਕ ਫੀਲਡ ਦੀ ਵੈਲਿਊ ਆਪਣੇ ਕੋਲ ਰਹਿ ਗਈ, ਜਿਹਨੂੰ ਅਸੀਂ ਕਹਿੰਦੇ ਰਿਡਿਊਸਡ ਵੈਲਿਊ ਆਫ ਦੀ ਇਲੈਕਟ੍ਰਿਕ ਫੀਲਡ, ਉਹ ਆਪਣੇ ਕੋਲ ਕੀ ਰਹਿ ਗਈ? E ਨੋਟ ਮਾਈਨਸ E ਆਫ P। ਠੀਕ ਹੈ ਜੀ, ਇਹ ਡਾਇਲੈਕਟ੍ਰਿਕ ਮਟੀਰੀਅਲ ਦਾ ਬਿਹੇਵੀਅਰ ਹੈ। ਜਦੋਂ ਉਹਨੂੰ ਇਲੈਕਟ੍ਰਿਕ ਫੀਲਡ ਦੇ ਵਿੱਚ ਰੱਖਿਆ ਜਾਂਦਾ ਤਾਂ ਕੀ ਹੁੰਦਾ? ਉਹਦੇ ਇਨਸਾਈਡ ਆਪਣੇ ਕੋਲ ਕੀ ਹੁੰਦਾ? ਇਲੈਕਟ੍ਰਿਕ ਫੀਲਡ ਹੈ ਜਿਹੜੀ ਉਹ ਆਪਣੇ ਕੋਲ ਕੀ ਹੋ ਜਾਂਦੀ ਹੈ? ਇੰਡਿਊਸਡ ਹੋ ਜਾਂਦੀ ਹੈ। ਠੀਕ ਹੈ ਜੀ, ਕਿਹੜੀ ਡਾਇਰੈਕਸ਼ਨ ਦੇ ਵਿੱਚ? ਇਨ ਦੀ ਅਪੋਜ਼ਿਟ ਡਾਇਰੈਕਸ਼ਨ ਆਫ ਦੀ externally applied electric field, in the opposite direction of the externally applied electric field। ਠੀਕ ਹੈ ਜੀ, ਜਿਹੜੀ ਬਾਹਰੋਂ ਅਸੀਂ ਇਲੈਕਟ੍ਰਿਕ ਫੀਲਡ ਅਪਲਾਈ ਕੀਤੀ ਉਹਦੇ ਉਲਟ ਡਾਇਰੈਕਸ਼ਨ ਦੇ ਵਿੱਚ ਸੈੱਟ ਹੋ ਜਾਂਦੀ ਹੈ, ਤੇ ਜਿਹੜੀ ਇਲੈਕਟ੍ਰਿਕ ਫੀਲਡ ਦੀ ਵੈਲਿਊ ਵਿੱਚ ਰਹਿ ਜਾਂਦੀ ਉਹਨੂੰ ਅਸੀਂ ਕਹਿੰਦੇ ਰਿਡਿਊਸਡ ਵੈਲਿਊ ਆਫ ਦੀ ਇਲੈਕਟ੍ਰਿਕ ਫੀਲਡ। ਠੀਕ ਹੈ ਜੀ, ਸੋ ਆਪਾਂ ਆਪਣਾ ਜਿਹੜਾ ਆਰਟੀਕਲ ਹੈ ਉਹਨੂੰ ਸਟਾਰਟ ਕਰਦੇ ਹਾਂ। ਐਜ਼ ਕਲੀਅਰ ਫਰੋਮ ਦੀ ਫਿਗਰ, ਲੈਟ ਅਸ ਟੇਕ ਅ ਪੈਰਲਲ ਪਲੇਟ ਕਪੈਸਿਟਰ ਵਿਦ ਅ ਡਾਇਲੈਕਟ੍ਰਿਕ ਸਲੈਬ। ਇਹਦੇ ਵਿਚਕਾਰ ਆਪਾਂ ਕੀ ਰੱਖੀ? ਡਾਇਲੈਕਟ੍ਰਿਕ ਸਲੈਬ, ਜਿੰਦੀ ਥਿਕਨੈਸ ਆਪਣੇ ਕੋਲ ਕੀ ਹੈ? T। ਥਿਕਨੈਸ ਆਪਣੇ ਕੋਲ ਕੀ ਹੈ? T। ਤੇ ਸਪੇਸਿੰਗ ਬਿਟਵੀਨ ਦੀ ਪਲੇਟਸ ਕਿੰਨੀ ਹੈ? ਕੈਪੀਟਲ D ਜਾਂ D ਲੈ ਲਓ, ਚਲੋ D। ਠੀਕ ਹੈ ਜੀ, ਹੁਣ ਆਪਣੇ ਕੋਲ ਕੀ ਹੋਣਾ ਹੈ? ਡਿਊ ਟੂ ਪੋਲਰਾਈਜੇਸ਼ਨ, ਅੰਦਰ ਵਾਲੇ ਪਾਸੇ ਆਪਣੇ ਕੋਲ ਇੱਧਰ ਕੀ ਹੋਣਾ? ਨੈਗੇਟਿਵ ਚਾਰਜ ਵਿਲ ਬੀ ਇੰਡਿਊਸਡ। ਨੈਗੇਟਿਵ ਚਾਰਜ ਜਿਹੜਾ ਪੋਜ਼ਿਟਿਵ ਵਾਲੀ ਸਾਈਡ ਤੇ ਇੰਡਿਊਸ ਹੋ ਜਾਣਾ, ਸਟ੍ਰੈਚਿੰਗ ਆਫ ਮੋਲੀਕਿਊਲ ਹੋਣਾ, ਜਿਹਨੂੰ ਆਪਾਂ ਕਿਹਾ ਪੋਲਰਾਈਜੇਸ਼ਨ। ਪੋਲਰਾਈਜੇਸ਼ਨ ਮਤਲਬ ਪੋਜ਼ਿਟਿਵ ਤੇ ਨੈਗੇਟਿਵ ਚਾਰਜਿਸ ਦਾ ਅਲੱਗ-ਅਲੱਗ ਅਪੀਅਰ ਹੋ ਜਾਣਾ, ਪੋਲਰਾਈਜ਼ਡ ਹੋ ਜਾਣਾ। ਠੀਕ ਹੈ ਜੀ, ਇਸ ਤਰ੍ਹਾਂ ਨਾਲ ਆਪਣੇ ਕੋਲ ਸ਼ੋ ਹੋ ਗਿਆ। ਠੀਕ ਹੈ ਜੀ, ਹੁਣ ਆਪਣੇ ਕੋਲ ਇੰਟਰਨਲੀ ਇਲੈਕਟ੍ਰਿਕ ਫੀਲਡ ਕੀ ਹੈ? ਡਿਊ ਟੂ ਪੋਲਰਾਈਜੇਸ਼ਨ ਪੋਜ਼ਿਟਿਵ ਟੂ ਨੈਗੇਟਿਵ। ਐਕਸਟਰਨਲੀ ਅਪਲਾਈਡ ਇਲੈਕਟ੍ਰਿਕ ਫੀਲਡ ਕੀ ਹੈ?
ਪੋਜ਼ਿਟਿਵ ਤੇ ਨੈਗੇਟਿਵ ਬੋਥ ਆਰ ਇਨ ਦੀ ਅਪੋਜ਼ਿਟ ਡਾਇਰੈਕਸ਼ਨ, ਤਾਂ ਜਿਹੜੀ ਇਹ ਇਲੈਕਟ੍ਰਿਕ ਫੀਲਡ ਜਿਹੜੀ E ਆਫ B ਵਿੱਚ ਸੈਟਅਪ ਹੋਈ ਹੈ ਇਹ ਐਕਸਟਰਨਲੀ ਇਲੈਕਟ੍ਰਿਕ ਫੀਲਡ ਨੂੰ ਕੀ ਕਰੇਗੀ, ਰਿਡਿਊਸ ਕਰੇਗੀ। ਸੋ ਰਿਡਿਊਸਡ ਵੈਲਿਊ ਆਫ ਦੀ ਇਲੈਕਟ੍ਰਿਕ ਫੀਲਡ ਕੀ ਜਿਹੜੀ ਆ ਆਪਣੇ ਕੋਲ ਸ਼ੋ ਕੀਤੀ ਹੋਈ ਹੈ। ਠੀਕ ਹੈ ਜੀ। E is equal to E naught minus E of B, E of O ਦਾ ਮਤਲਬ ਓਰੀਜਨਲੀ ਅਪਲਾਈਡ ਇਲੈਕਟ੍ਰਿਕ ਫੀਲਡ। ਠੀਕ ਹੈ ਜੀ। ਹੁਣ ਸਾਡਾ ਜਿਹੜਾ ਕੁਐਸਚਨ ਆ ਅਸੀਂ ਇਹਦੇ ਵਿੱਚ ਅਸਲ 'ਚ ਅਸੀਂ ਕਰਨਾ ਕੀ ਚਾਹੁੰਦੇ ਹਾਂ, ਵੀ ਵਾਂਟ ਟੂ ਕੈਲਕੂਲੇਟ ਦੀ ਕਪੈਸਿਟੈਂਸ ਆਫ ਏ ਪੈਰਲਲ ਪਲੇਟ ਕਪੈਸਿਟਰ ਵਿਦ ਡਾਇਲੈਕਟ੍ਰਿਕ ਇਨਸਰਟਿਡ ਬਿਟਵੀਨ ਦੀ ਪਲੇਟਸ। ਠੀਕ ਹੈ। ਸਾਨੂੰ ਪਤਾ ਹੈ ਆਪਣੇ ਕੋਲੇ ਮੈਥਡ ਕੀ ਹੈ, ਵੀ ਨੋ ਦੈਟ Q is equal to CV। ਠੀਕ ਹੈ ਜੀ। ਤੇ C is equal to Q by V। ਇੱਥੋਂ ਹੀ ਆਪਾਂ ਸਾਰੇ ਆਰਟੀਕਲ ਸ਼ੁਰੂ ਕੀਤੇ ਜਿਹੜੇ ਵੀ ਅਸੀਂ ਹੁਣ ਤੱਕ ਕੀਤੇ। ਠੀਕ ਹੈ ਜੀ। ਇਹਨੂੰ ਆਪਾਂ ਕਹਿਤਾ ਇਕੁਏਸ਼ਨ ਨੰਬਰ 1। ਨਾਓ ਵੀ ਵਾਂਟ ਟੂ ਕੈਲਕੂਲੇਟ ਦੀ ਵੈਲਿਊ ਆਫ ਦੀ V। ਅਸੀਂ ਪੋਟੈਂਸ਼ੀਅਲ ਦੀ ਵੈਲਿਊ ਹੈ ਜਿਹੜੀ ਉਹ ਕੈਲਕੂਲੇਟ ਕਰਨਾ ਚਾਹੁੰਦੇ V ਆਪਣੇ ਕੋਲ ਕੀ ਹੈ, ਪੋਟੈਂਸ਼ੀਅਲ। ਅਸੀਂ ਕੀ ਕਰਨਾ ਚਾਹੁੰਦੇ, ਪੋਟੈਂਸ਼ੀਅਲ ਦੀ ਵੈਲਿਊ ਕੈਲਕੂਲੇਟ ਕਰਨਾ ਚਾਹੁੰਦੇ ਹਾਂ ਇਨ ਟਰਮਸ ਆਫ ਚਾਰਜ Q, ਜਿਹੜਾ ਅਸੀਂ ਇਹਨੂੰ ਚਾਰਜ ਦਿੱਤਾ ਹੈ। ਠੀਕ ਹੈ ਜੀ। ਹੁਣ ਸਾਨੂੰ ਪਤਾ ਹੈ ਵੀ ਜਿਹੜਾ ਰਿਲੇਸ਼ਨ ਅਸੀਂ ਜਨਰਲੀ ਜਿਹੜਾ ਅਸੀਂ ਯੂਜ਼ ਕਰਦੇ ਹਾਂ, ਜਿਹੜਾ ਇਲੈਕਟ੍ਰਿਕ ਫੀਲਡ ਤੇ ਪੋਟੈਂਸ਼ੀਅਲ ਦੇ ਵਿਚਕਾਰ ਹੈ, ਕਿਉਂਕਿ ਇੰਟਰਨਲੀ ਤਾਂ ਡਾਇਲੈਕਟ੍ਰਿਕ ਦੇ ਵਿੱਚ ਤਾਂ ਸਾਡੇ ਕੋਲ ਇਲੈਕਟ੍ਰਿਕ ਫੀਲਡ ਹੈ। ਠੀਕ ਹੈ ਜੀ। E is equal to minus dV by dr, ਪੋਟੈਂਸ਼ੀਅਲ ਗ੍ਰੇਡੀਐਂਟ ਤੇ ਇਲੈਕਟ੍ਰਿਕ ਫੀਲਡ ਦੇ ਵਿਚਕਾਰ dV by dr ਆਪਣੇ ਕੋਲ ਕੀ ਪੋਟੈਂਸ਼ੀਅਲ ਗ੍ਰੇਡੀਐਂਟ। ਤੇ ਜੇ ਇਹਨੂੰ ਮੈਗਨੀਟਿਊਡ ਦੀ ਫਾਰਮ ਦੇ ਵਿੱਚ ਲਈਏ E is equal to V by d, D ਦੀ ਸਪੇਸਿੰਗ ਬਿਟਵੀਨ ਦੀ ਪਲੇਟਸ। ਠੀਕ ਹੈ। ਉੱਥੋਂ ਅਸੀਂ ਦੇਖੀਏ ਤਾਂ ਇਲੈਕਟ੍ਰਿਕ ਫੀਲਡ ਦਾ ਜਿਹੜਾ ਸਾਡੇ ਕੋਲ ਰਿਲੇਸ਼ਨ, ਪੋਟੈਂਸ਼ੀਅਲ ਦਾ ਜਿਹੜਾ ਰਿਲੇਸ਼ਨ ਹੈ ਉਹ ਸਾਡੇ ਕੋਲ ਕੀ ਹੈ, E into D। ਇਹ ਯਾਦ ਰੱਖ ਲੈਣਾ। ਇਹ ਅਸੀਂ ਜਨਰਲ ਫਾਰਮ ਹੈ ਜਿਹੜੀ ਕੈਲਕੂਲੇਟ ਕੀਤੀ ਹੈ। ਇਸ ਤੋਂ ਬਾਅਦ ਅਸੀਂ ਹੁਣ ਕਰਨਾ ਕੀ ਹੈ, ਦੇਖੋ ਆਪਣੇ ਕੋਲ ਕੀ ਹੈ, ਦੋ ਤਰ੍ਹਾਂ ਦੀਆਂ ਇੱਥੇ ਇਲੈਕਟ੍ਰਿਕ ਫੀਲਡ ਹੈ। ਇੱਕ ਤਾਂ ਜਿਹੜਾ ਆ ਸਪੇਸ ਹੈ, ਜਿਹੜਾ ਸਪੇਸ ਹੈ, ਇੱਕ ਮਿੰਟ ਬੇਟੇ, ਹਾਂਜੀ, ਜਿਹੜਾ ਆ ਸਪੇਸ ਹੈ ਜਿੱਥੇ ਆਪਣੇ ਕੋਲ ਕੀ ਹੈ, ਸਲੈਬ ਨਹੀਂ ਹੈ, ਡਾਇਲੈਕਟ੍ਰਿਕ ਸਲੈਬ ਨਹੀਂ ਹੈ, ਤਾਂ ਇੱਥੇ ਇਲੈਕਟ੍ਰਿਕ ਫੀਲਡ ਕਿਹੜੀ ਹੈ, ਇੱਥੇ ਤਾਂ ਇਲੈਕਟ੍ਰਿਕ ਫੀਲਡ ਓਰੀਜਨਲੀ ਅਪਲਾਈਡ ਇਲੈਕਟ੍ਰਿਕ ਫੀਲਡ ਹੈ। ਠੀਕ ਹੈ ਜੀ। ਇੱਥੇ ਵੀ ਕਿਹੜੀ ਹੈ, ਇੱਥੇ ਵੀ ਓਰੀਜਨਲੀ ਅਪਲਾਈਡ ਇਲੈਕਟ੍ਰਿਕ ਫੀਲਡ ਹੈ, E naught, ਕਿਉਂਕਿ ਡਾਇਲੈਕਟ੍ਰਿਕ ਸਲੈਬ ਹੈ ਹੀ ਨਹੀਂ। ਰਿਡਿਊਸਡ ਵੈਲਿਊ ਆਫ ਦੀ ਇਲੈਕਟ੍ਰਿਕ ਫੀਲਡ ਸਿਰਫ ਇਸ ਸਲੈਬ ਦੇ ਵਿੱਚ ਹੈ, ਤੇ ਇਸ ਸਲੈਬ ਦੀ ਥਿਕਨੈਸ ਕਿੰਨੀ ਹੈ, ਉਹ ਥਿਕਨੈਸ ਸਾਡੇ ਕੋਲ ਹੈ T। ਠੀਕ ਹੈ ਜੀ। ਇਹਦਾ ਮਤਲਬ ਜੇਕਰ ਇੱਥੇ ਦੋ ਤਰ੍ਹਾਂ ਦੀਆਂ ਸਾਡੇ ਕੋਲ ਫੀਲਡਸ ਹੈ, ਸੋ ਅਸੀਂ V ਦੀ ਵੈਲਿਊ ਜੇ ਅਸੀਂ ਕੈਲਕੂਲੇਟ ਕਰਦੇ ਹਾਂ ਤਾਂ V ਸਾਡੇ ਕੋਲ ਕੀ ਆਏਗਾ, E naught into D minus T। ਟੋਟਲ ਆਪਣੇ ਕੋਲ ਵੈਲਿਊ ਕਿੰਨੀ ਹੈ, ਇੱਥੋਂ ਲੈ ਕੇ ਇੱਥੇ ਤੱਕ D, ਤੇ ਜੇ ਵਿੱਚੋਂ ਅਸੀਂ T ਕੈਲਕੂਲੇਟ ਸਬਟਰੈਕਟ ਕਰ ਦਈਏ ਤਾਂ ਸਿਰਫ ਆਹੀ ਵੈਲਿਊ ਹੈ ਜਿਹੜੀ ਸਾਡੇ ਕੋਲ ਬਚ ਜਾਏਗੀ। ਇਹਦੇ ਵਿੱਚ ਇਲੈਕਟ੍ਰਿਕ ਫੀਲਡ ਕਿਹੜੀ ਹੈ, ਓਰੀਜਨਲੀ ਅਪਲਾਈਡ, ਸੋ ਅਸੀਂ ਲਿਖਿਆ E naught। ਠੀਕ ਹੈ ਜੀ। ਸਲੈਬ ਦੇ ਵਿੱਚ ਆਪਣੇ ਕੋਲ ਕਿਹੜੀ ਵੈਲਿਊ ਹੈ, ਰਿਡਿਊਸਡ ਵੈਲਿਊ ਆਫ ਦੀ ਇਲੈਕਟ੍ਰਿਕ ਫੀਲਡ, ਥਿਕਨੈਸ ਕਿੰਨੀ ਹੈ T। ਦਿਸ ਇਜ਼ ਦੀ ਮੋਸਟ ਇੰਪੋਰਟੈਂਟ ਪੁਆਇੰਟ, ਇਹਨੂੰ ਯਾਦ ਰੱਖਣਾ। ਠੀਕ ਹੈ ਜੀ। ਜਿਸ ਫੀਲਡ ਦੇ ਵਿੱਚ ਜਿਹੜੀ ਇਲੈਕਟ੍ਰਿਕ ਫੀਲਡ ਹੈ ਉਹਦੀ ਉਹ ਵਾਲੀ ਵੈਲਿਊ ਲੈ ਲੈਣੀ ਹੈ, ਤੇ ਜਿੰਨੀ ਉਹਦੀ ਥਿਕਨੈਸ ਹੈ ਉਹਦੇ ਨਾਲ ਉਹਨੂੰ ਮਲਟੀਪਲਾਈ ਕਰ ਦੇਣਾ, ਕਿਉਂਕਿ ਪੋਟੈਂਸ਼ੀਅਲ ਇਜ਼ ਇਕੁਅਲ ਟੂ E into D। ਇਹ ਪੁਆਇੰਟ ਦੱਸੋ ਜੀ, ਕਲੀਅਰ ਹੋਇਆ ਕਿ ਨਹੀਂ ਹੋਇਆ। ਠੀਕ ਹੈ ਜੀ। ਹੁਣ ਸਾਡੇ ਕੋਲ ਦੇਖੋ ਇਹ ਇਕੁਏਸ਼ਨ ਇੱਕ E naught 'ਚ ਤੇ ਇੱਕ E 'ਚ, ਦੋਵਾਂ ਨੂੰ E naught ਦੀ ਫਾਰਮ ਦੇ ਵਿੱਚ ਕਨਵਰਟ ਕਰਨਾ ਪਵੇਗਾ। ਠੀਕ ਹੈ ਜੀ। ਕੱਲ ਅਸੀਂ ਇੱਕ ਡਾਇਲੈਕਟ੍ਰਿਕ ਕਾਂਸਟੈਂਟ K ਹੈ ਜਿਹੜਾ ਰਿਲੇਟਿਵ ਪਰਮਿਟਿਵਿਟੀ ਦਾ ਰਿਲੇਸ਼ਨ ਕੀਤਾ ਸੀਗਾ ਐਪਸਾਈਲਨ ਬਾਏ ਐਪਸਾਈਲਨ ਨੋਟ। ਉੱਥੋਂ ਆਪਾਂ ਯਾਦ ਰੱਖਿਆ ਸੀ ਵੀ ਇੱਥੇ ਐਪਸਾਈਲਨ ਹੈ ਤਾਂ ਇੱਥੇ E naught ਲਿਖ ਲਓ, ਥੱਲੇ E naught ਹੈ ਥੱਲੇ E ਲਿਖ ਲਓ, ਜਾਂ F ਦੀ ਫਾਰਮ 'ਚ ਆਪਾਂ ਕਿਹਾ ਸੀਗਾ F naught ਬਾਈ F। ਜਾਂ ਅਸੀਂ ਇੱਕ ਹੋਰ ਰਿਲੇਸ਼ਨ ਯਾਦ ਕੀਤਾ ਸੀ, ਆਪਾਂ ਕਿਹਾ ਸੀ ਜਦੋਂ ਡਾਇਲੈਕਟ੍ਰਿਕ ਮੀਡੀਅਮ ਆਪਾਂ ਕਰ ਦਿੰਦੇ ਹਾਂ ਦੋ ਚਾਰਜਿਸ ਦੇ ਵਿਚਕਾਰ, ਤਾਂ ਜਿਹੜੀ ਫੀਲਡ ਹੈ ਉਹ K ਟਾਈਮ ਕੀ ਹੋ ਜਾਂਦੀ ਹੈ, ਰਿਡਿਊਸ ਹੋ ਜਾਂਦੀ ਕੂਲਮਜ਼ ਲਾ ਦੇ ਵਿੱਚ। ਉੱਥੋਂ ਅਸੀਂ F naught ਬਾਈ F। ਠੀਕ ਹੈ। ਕਹਿਣ ਦਾ ਮਤਲਬ ਜਿਹੜੀ ਅਸੀਂ ਚੀਜ਼ ਯੂਜ਼ ਕਰਨ ਜਾ ਰਹੇ ਹਾਂ ਆਪਣੇ ਰਿਲੇਸ਼ਨ ਦੇ ਵਿੱਚ ਉਹ ਇਹ ਹੈ ਵੀ ਜਿਹੜਾ K ਹੈ ਨਾ ਉਹ ਕਿਹਦੇ ਬਰਾਬਰ ਹੈ, E naught ਬਾਈ E ਦੇ ਬਰਾਬਰ ਹੈ। ਤੇ E naught ਫਿਰ E ਹੈ ਜਿਹੜਾ ਉਹ ਆਪਣੇ ਕੋਲ ਕਿਹਦੇ ਬਰਾਬਰ ਹੋ ਗਿਆ, ਜੇ ਅਸੀਂ ਇਹਨੂੰ ਉਧਰਲੀ ਸਾਈਡ ਤੇ ਲੈ ਜਾਈਏ ਤਾਂ ਆਪਣੇ ਕੋਲ ਹੋ ਗਿਆ E naught ਬਾਈ K, E naught ਬਾਈ K। ਕਹਿਣ ਦਾ ਮਤਲਬ ਹੁਣ ਅਸੀਂ ਇੱਥੇ ਵੈਲਿਊ ਜਿਹੜੀ ਪੁੱਟ ਕਰ ਦਿਆਂਗੇ ਤਾਂ V ਦੀ ਵੈਲਿਊ ਸਾਡੇ ਕੋਲ ਕੀ ਹੈ, E naught D minus T ਪਲੱਸ ਇੱਥੇ ਵੈਲਿਊ ਕੀ ਪੁੱਟ ਕੀਤੀ ਹੈ, E naught ਬਾਈ K into T।
ठीक है जी। ये पॉइंट याद रखो बेटे भी असी ਜਿਹੜਾ ਇਹ ਸਾਰਾ ਕੁਝ ਕਰ ਰਹੇ ਹਾਂ क्यों कर रहे हैं, ठीक है जी, क्योंकि असी की करना चाहते हैं, असी पोटेंशियल की वैल्यू कढ़ना चाहते इन टर्म्स ऑफ क्यू। ई की फॉर्म च नहीं कढ़ना चाहते, असी क्यू की फॉर्म च कैलकुलेट करना चाहते हैं, इसलिए असी होर है जी गां इसनों एक्सटेंड करांगे। ठीक है जी। वी नो दैट इलैक्ट्रिक फील्ड है जी इज गिवन बाय ई इज इक्वल टू सिग्मा बाय एप्सिलॉन नॉट। सिग्मा अपने कोल की है, ये अपने कोल की है कोफिशिएंट है, ठीक है जी, सरफेस चार्ज डिस्ट्रीब्यूशन का, जिंदी वैल्यू की होंगी है टोटल चार्ज। क्यू दी सिग्मा की वैल्यू अपने कोल की है टोटल चार्ज बाय टोटल एरिया। जे ये वैल्यू में इतने पुट कर दिता जाए तो इलैक्ट्रिक फील्ड की वैल्यू साढ़े कोल की आएगी क्यू बाय ए एप्सिलॉन नॉट। क्लीयर होया कि नहीं होया जी? ठीक है जी। ये क्योंकि असी नॉट यूज़ कर रहे हैं, ठीक है, ओरिजिनली अप्लाइड इलैक्ट्रिक फील्ड साढ़े कोल वैल्यू आ गई। हुण आपां की करना है, इस रिलेशन दे विच ई नॉट नूं असी कॉमन कढ लिया, फिर असी वैल्यू पुट कर देंगे। इक्वेशन की बन गई डी माइनस टी प्लस टी बाय के। आ टर्म जी अपने को रह गई, ई नॉट अपने को बाहर चला गया। ठीक है जी। ई नॉट की असी वैल्यू पुट करती क्यू बाय ए एप्सिलॉन नॉट। ठीक है जी। हुण जिहड़ी साडे कोल इक्वेशन रह गई इहदे विच्चों असी डी माइनस टी कॉमन कढ लिया। हाँ देखो इहदे विच भी टी है, इहदे विच भी टी है, टी असी कॉमन कढ लिया। इत्थे अपने कोल की रह गया 1, माइनस कॉमन कढिया तो माइनस वाली टर्म की हो जाएगी प्लस, प्लस वाली टर्म की हो जाएगी माइनस। ठीक है जी। 1 बाय के। ये पॉइंट दसो बेटे क्लीयर होया कि नहीं होया? ठीक है जी। टी कॉमन कढ़ता, जिथे जी टर्म हैगी सी इत्थे 1 रह गया, क्योंकि माइनस टी कॉमन कढ़िया तो माइनस वाली टर्म की होगी प्लस दी होगी, प्लस वाली टर्म की होगी माइनस दी होगी। ये साडे कोल पोटेंशियल की वैल्यू आ गई है जी। दिस इज द वैल्यू ऑफ द पोटेंशियल इन टर्म्स ऑफ क्यू। ठीक है जी। इनू आपां इक्वेशन नंबर 2 कहता। हुण साडा मैथड है जिहड़ा की सीगा फ्रॉम इक्वेशन फस्ट एंड सैकेंड, फ्रॉम इक्वेशन फस्ट एंड सैकेंड। हुण असीं ये पोटेंशियल की वैल्यू है जिहड़ी असीं सी दे विच पुट करके जिहड़ी कैपेसिटेंस की वैल्यू कैलकुलेट कर लांगे। सी इज इक्वल टू क्यू बाय वी फ्रॉम इक्वेशन फस्ट, तो वी की वैल्यू अपने कोल की आई है क्यू बाय ए एप्सिलॉन नॉट। नाल अपने कोल उपर की जिहड़ी टर्म साडे कोल आई है, ठीक है जी। आ देखो आ टर्म उपर सी, ये अपने कोल आ गई डी माइनस टी 1 माइनस 1 बाय के। ठीक है जी। क्यू नाल क्यू अपने कोल की हो गया कैंसल, ए वाली टर्म कितने चले जाएगी सब तो ऊपर, तो सी की वैल्यू की होगी ए एप्सिलॉन नॉट डिवाइड बाय डी माइनस टी 1 माइनस 1 बाय के, 1 माइनस 1 बाय के। ये पॉइंट दसो जी क्लीयर होया कि नहीं होया? ठीक है जी। इहदा मतलब की होया भी जेकर असी के वैल्यू दी डाइलैक्ट्रिक स्लैब है जिहड़ी असी इंसर्ट करती बिटवीन दी प्लेट्स ऑफ ए पैरेलल प्लेट कैपेसिटर, जिंदी ओरिजिनली अपने कोले कैपेसिटेंस की वैल्यू सी ए एप्सिलॉन नॉट बाय डी, जो कोई भी डाइलैक्ट्रिक स्लैब है जिहड़ी इंसर्ट नहीं की सी। ठीक है। हुण जिहड़ी साडे कोल वैल्यू आई है वो अपने कोल की आई है डी दे विच्चों देखो कोई टर्म सबट्रैक्ट हो रही है, डी दे विच्चों कोई टर्म की हो रही है सबट्रैक्ट हो रही है। ठीक है जी। आ 1 बाय के है। ठीक है जी। इत्थे 1 दे विच्चों कोई टर्म है जिहड़ी अपने कोल सबट्रैक्ट होएगी, तो आ टी वाली टर्म की होएगी छोटी होएगी डी माइनस टी। इहदा मतलब जे इन जनरल असीं गल करिए डी दे विच कुछ ना कुछ सबट्रैक्ट हो रहा है, इहदा मतलब जिहड़ी आ वाली सारी टर्म है ये डी नालों छोटी होएगी, डी नालों की होएगी छोटी। तो कैपेसिटेंस दे विच ए एप्सिलॉन नॉट बाय डी, कैपेसिटेंस कहंदे प्रोपोर्शनल है, इनवर्सली प्रोपोर्शनल टू डी है। इहदा मतलब डी नालों जेकर आ टर्म छोटी है तो इहदा मतलब जिहड़ी आ वैल्यू कैलकुलेट हुई है कैपेसिटेंस की, ये वैल्यू की है इनक्रीजड, पहला वाली वैल्यू नालों इहदी वैल्यू की है ज़्यादा है। होप तुहानूं ये स्टैप क्लीयर हो गया होगा। इट मीनस बाय इंसर्टिंग द डाइलैक्ट्रिक स्लैब बिटवीन द पैरेलल प्लेट कैपेसिटर कैपेसिटी इज इनक्रीजड, कैपेसिटी उनकी की हो गई है इनक्रीज कर गई है। ठीक है जी। ये पॉइंट क्लीयर हो गया कि नहीं हो गया जी? ठीक है जी। ठीक। जी कैपेसिटी वो अपने कोल की हो गई है
ਇਨਕਰੀਜ਼ ਹੋ ਗਈ ਹੈ। ਇੱਥੋਂ ਆਹ ਵਾਲੀ ਟਰਮ ਦੇ ਵਿੱਚ ਵੀ ਅਸੀਂ ਜਾ ਕੇ ਜਿਵੇਂ ਇੱਥੋਂ ਵੀ ਸਾਡੇ ਕੋਲ ਦੇਖੋ ਆਹ ਟਰਮ ਹੈ ਜਿਹੜੀ ਨਾਲ ਸਬਟਰੈਕਟ ਹੋ ਰਹੀ ਹੈ ਡੀ ਦੇ ਵਿੱਚੋਂ, ਠੀਕ ਹੈ। ਇਹਦਾ ਮਤਲਬ ਜਿਹੜੀ ਸਾਡੀ ਕਪੈਸਿਟੀ ਉਹ ਹੁਣ ਪਹਿਲਾਂ ਨਾਲੋਂ ਕੀ ਹੋ ਗਈ ਹੈ, ਜ਼ਿਆਦਾ ਇਨਕਰੀਜ਼ ਹੋ ਗਈ ਹੈ, ਠੀਕ ਹੈ। ਜੇਕਰ ਆਪਣੇ ਕੋਲੇ ਅਸੀਂ ਡਾਇਲੈਕਟ੍ਰਿਕ ਸਲੈਬ ਹੈ ਜਿਹੜੀ ਉਹ ਆਪਣੇ ਕੋਲ ਕੀ ਕਰੇ, ਕੰਪਲੀਟਲੀ ਫਿਲ ਕਰ ਦੇ, ਠੀਕ ਹੈ ਜੀ। ਡਾਇਲੈਕਟ੍ਰਿਕ ਸਲੈਬ ਆਪਣੇ ਕੋਲ ਕੀ ਕਰੇ, ਕੰਪਲੀਟਲੀ ਫਿਲ ਕਰ ਦੇ ਸਪੇਸ, ਤਾਂ ਥਿਕਨੈਸ ਕਹਿੰਦੇ ਬਰਾਬਰ ਹੋ ਜਾਏਗੀ। ਸਪੈਸ਼ਲ ਕੇਸ ਦੇ ਵਿੱਚ ਜੇ ਅਸੀਂ ਗੱਲ ਕਰਦੇ ਹਾਂ, ਠੀਕ ਹੈ ਜੀ, ਸਪੈਸ਼ਲ ਕੇਸ 'ਚ ਆਪਣੇ ਕੋਲ ਕੀ ਕਹਿੰਦਾ ਹੈ ਵੀ ਜੇਕਰ ਆਪਣੇ ਕੋਲ ਕੀ ਹੈ ਕੰਪਲੀਟਲੀ ਫਿਲ ਕਰ ਦੇ ਇਫ ਦੀ ਡਾਇਲੈਕਟ੍ਰਿਕ ਸਲੈਬ, ਤਾਂ ਟੀ ਕਹਿੰਦੇ ਬਰਾਬਰ ਹੋਏਗੀ ਡੀ ਦੇ ਬਰਾਬਰ ਹੋ ਜਾਏਗੀ। ਵੀ ਸਾਰੇ ਦੇ ਵਿੱਚ ਅਸੀਂ ਕੀ ਕਰੀਏ, ਡਾਇਲੈਕਟ੍ਰਿਕ ਸਲੈਬ ਜੇ ਅਸੀਂ ਰੱਖ ਦਈਏ, ਤਾਂ ਹੁਣ ਜਿੱਥੇ ਟੀ ਹੈ ਉੱਥੇ ਸਾਡੇ ਕੋਲ ਰਿਲੇਸ਼ਨ ਦੇ ਵਿੱਚ ਕੀ ਆ ਜਾਏਗਾ, ਡੀ ਆ ਜਾਏਗਾ। C is equal to A epsilon naught ਡਿਵਾਈਡ ਬਾਏ ਡੀ ਮਾਈਨਸ ਟੀ ਦੀ ਥਾਂ ਤੇ ਕੀ ਆ ਜਾਏਗਾ, ਡੀ, ਠੀਕ ਹੈ ਜੀ। ਅੰਦਰ ਅਸੀਂ ਮਲਟੀਪਲਾਈ ਇਹਨੂੰ ਜੇ ਕਰ ਦਈਏ ਤਾਂ ਇਸ ਇਕੁਏਸ਼ਨ ਨੂੰ ਜਦੋਂ ਅਸੀਂ ਖੋਲਾਂਗੇ ਤਾਂ ਸਾਡੇ ਕੋਲ ਕੀ ਬਣ ਜੂ, A epsilon naught ਡਿਵਾਈਡ ਬਾਏ ਡੀ ਮਾਈਨਸ ਡੀ ਬਾਏ ਕੇ। ਕਲੀਅਰ ਹੋਇਆ ਕਿ ਨਹੀਂ ਹੋਇਆ ਜੀ? ਮਾਈਨਸ ਮਾਈਨਸ ਪਲੱਸ, ਆਹ ਟਰਮ ਆਪਣੇ ਕੋਲ ਕੀ ਹੋਊਗੀ, ਪਲੱਸ। ਇਹਨੂੰ ਇਹਦੇ ਨਾਲ ਮਲਟੀਪਲਾਈ ਕੀਤਾ, ਫਿਰ ਇਹਨੂੰ ਇਹਦੇ ਨਾਲ ਮਲਟੀਪਲਾਈ ਕੀਤਾ, ਆਹ ਟਰਮ ਆਪਣੇ ਕੋਲ ਕੀ ਹੋਊਗੀ, ਕੈਂਸਲ ਹੋ ਗਈ। ਇੱਥੇ ਆਪਣੇ ਕੋਲ ਕੀ ਰਹਿ ਗਿਆ, ਡੀ ਬਾਏ ਕੇ। ਤਾਂ ਨਵੀਂ ਕਪੈਸਿਟੈਂਸ ਜਿਹੜੀ ਆਈ ਹੈ ਉਹ ਆਪਣੇ ਕੋਲ ਕੀ ਬਣ ਗਈ, ਏ ਐਪਸਾਈਲਨ ਨੋਟ ਬਾਏ ਡੀ, ਜਿਹੜਾ ਕੇ ਥੱਲੇ ਸੀ ਉਹ ਆਪਣੇ ਕੋਲ ਉੱਪਰ ਚਲਾ ਗਿਆ, ਕੇ ਆਪਣੇ ਕੋਲ ਕੀ ਹੈ, ਉੱਪਰ ਚਲਾ ਗਿਆ। ਇਹ ਪੁਆਇੰਟ ਕਲੀਅਰ ਹੋਇਆ ਕਿ ਨਹੀਂ ਹੋਇਆ? ਇਹਦਾ ਮਤਲਬ ਜਿਹੜੀ ਹੁਣ ਸਾਡੇ ਕੋਲ ਵੈਲਿਊ ਆ ਗਈ ਕਪੈਸਿਟੈਂਸ ਦੀ C, ਉਹ ਆਪਣੇ ਕੋਲ A ਐਪਸਾਈਲਨ ਨੋਟ ਬਾਈ ਡੀ ਕੀ ਹੈ, C ਨੋਟ ਇਨਟੂ K, ਠੀਕ ਹੈ ਜੀ। ਇਹ ਤੋਂ ਕਲੀਅਰਲੀ ਵਿਜ਼ੀਬਲ ਹੈ ਵੀ ਡਾਇਲੈਕਟ੍ਰਿਕ ਸਲੈਬ ਦੇ ਵਿਚਕਾਰ ਇਨਸਰਟ ਕਰਨ ਦੇ ਨਾਲ ਪੈਰਲਲ ਪਲੇਟ ਕਪੈਸਿਟਰ ਦੇ ਉਹਦੀ ਕਪੈਸਿਟੀ ਵੱਧ ਜਾਂਦੀ ਹੈ, ਠੀਕ ਹੈ ਜੀ। ਇੱਥੇ ਆਪਣੇ ਕੋਲ ਕੀ ਵੀ ਜੇ ਕੰਪਲੀਟਲੀ ਫਿਲ ਕਰ ਦਿੰਦੀ ਹੈ ਤਾਂ T ਦੀ ਵੈਲਿਊ ਕਹਿੰਦੇ ਬਰਾਬਰ ਹੋ ਜਾਏਗੀ D ਦੀ, ਤੇ ਉਸ ਇਕੁਏਸ਼ਨ 'ਚ ਜਿਹੜੀ ਆਹ ਵਾਲੀ ਇਕੁਏਸ਼ਨ ਹੈ ਜੇ ਅਸੀਂ ਇੱਥੇ T ਦੀ ਥਾਂ ਤੇ D ਪੁੱਟ ਕਰ ਦਿੰਦੇ ਹਾਂ, ਠੀਕ ਹੈ ਜੀ। ਤੇ ਉਹਨੂੰ ਸੋਲਵ ਕਰਨ ਤੋਂ ਬਾਅਦ ਸਾਡੇ ਕੋਲ ਇਕੁਏਸ਼ਨ ਕੀ ਬਣਦੀ ਹੈ, A ਐਪਸਾਈਲਨ ਨੋਟ ਬਾਈ D ਇਨਟੂ K। ਕਹਿੰਦਾ ਮਤਲਬ ਜਿਹੜੀ ਕਪੈਸਿਟੈਂਸ ਹੈ ਉਹ ਆਪਣੇ ਕੋਲ ਕੀ ਹੋਊਗੀ, K ਟਾਈਮਸ, K ਆਪਣੇ ਕੋਲ ਕੀ ਡਾਇਲੈਕਟ੍ਰਿਕ ਕਾਂਸਟੈਂਟ ਆਫ ਦੀ ਮਟੀਰੀਅਲ, K ਟਾਈਮ ਉਹ ਕੀ ਕਰ ਜਾਏਗੀ, ਇਨਕਰੀਜ਼ ਕਰ ਜਾਏਗੀ। ਕਲੀਅਰ ਹੈ ਜੀ? ਸਿੰਪਲ ਮੈਥਡ ਹੈ। ਪਹਿਲਾਂ C ਦੀ ਵੈਲਿਊ ਆਪਾਂ Q ਬਾਈ V, ਫਿਰ V ਦੀ ਵੈਲਿਊ ਕੈਲਕੂਲੇਟ ਕਰਨੀ ਹੈ ਇਨ ਟਰਮਸ ਆਫ Q। ਜਿੱਥੇ ਜਿਹੜੀ ਇਲੈਕਟ੍ਰਿਕ ਫੀਲਡ ਹੈਗੀ ਹੈ ਉਹਦੀ ਵੈਲਿਊ ਨੂੰ ਪੁੱਟ ਕਰ ਦੇਣਾ, ਪੁੱਟ ਕਰਨ ਤੋਂ ਬਾਅਦ ਉਹਨੂੰ ਸੋਲਵ ਕਰ ਦੇਣਾ, ਠੀਕ ਹੈ ਜੀ। ਇਹ ਪੁਆਇੰਟ ਕਲੀਅਰ ਹੋ ਗਿਆ ਕਿ ਨਹੀਂ ਹੋ ਗਿਆ ਜੀ? ਠੀਕ ਹੈ। ਸੋ ਚਲੋ ਨੈਕਸਟ ਆਰਟੀਕਲ ਆਪਾਂ ਦੇਖਦੇ ਹਾਂ। ਇਹਦੇ ਵਿੱਚ ਅਸੀਂ ਕੀ ਕਰਨਾ ਹੈ, ਕਪੈਸਿਟੈਂਸ ਕੈਲਕੂਲੇਟ ਕਰਨੀ ਹੈ। ਹੁਣ ਦੇਖੋ ਆਪਣੇ ਕੋਲ ਕੀ ਹੈ, ਪਹਿਲਾਂ ਡਾਇਲੈਕਟ੍ਰਿਕ ਸੀ, ਹੁਣ ਆਪਣੇ ਕੋਲ ਕੀ ਹੈ, ਕੰਡਕਟਰ। ਕੰਡਕਟਰ ਦੇ ਵਿੱਚ ਜਿਹੜਾ ਮੇਨ ਪੁਆਇੰਟ ਨੋਟ ਕਰਨ ਵਾਲਾ, ਇਨਸਾਈਡ ਦੀ ਕੰਡਕਟਰ ਇਲੈਕਟ੍ਰਿਕ ਫੀਲਡ ਕਿੰਨੀ ਹੁੰਦੀ ਹੈ, 0, ਠੀਕ ਹੈ ਜੀ। ਸੇਮ ਪ੍ਰੋਸੈਸ ਆਪਣੇ ਕੋਲ ਕੀ ਹੈ, ਐਕਸਟਰਨਲੀ ਅਪਲਾਈਡ ਇਲੈਕਟ੍ਰਿਕ ਫੀਲਡ, ਐਕਸਟਰਨਲੀ ਅਪਲਾਈਡ ਇਲੈਕਟ੍ਰਿਕ ਫੀਲਡ ਕਰਕੇ ਕੀ ਹੈ, ਇਲੈਕਟ੍ਰੋਨ ਦਾ ਜਿਹੜਾ ਇਸ ਸਾਈਡ ਤੇ ਕਮੂਲੇਟ ਹੋ ਜਾਣਗੇ, ਕਿਉਂਕਿ ਕੰਡਕਟਰ ਹੈ, ਸਰਫੇਸ ਦੇ ਉੱਪਰ ਹੁੰਦੇ ਆ, ਤੇ ਪੋਜ਼ਿਟਿਵ ਚਾਰਜ ਰਿਪੈਲ ਹੋ ਜਾਏਗਾ ਇਧਰਲੀ ਸਾਈਡ ਦੇ ਉੱਪਰ, ਠੀਕ ਹੈ ਜੀ। ਦੂਸਰੇ ਕੇਸ 'ਚ ਡਾਇਲੈਕਟ੍ਰਿਕ ਦੇ ਕੇਸ 'ਚ ਪੋਲਰਾਈਜੇਸ਼ਨ ਹੋ ਗਈ ਸੀ ਤੇ ਅੰਦਰ ਇਲੈਕਟ੍ਰਿਕ ਫੀਲਡ ਸੈਟਅਪ ਹੋ ਗਈ ਸੀ, ਇੱਥੇ ਕੋਈ ਅੰਦਰ ਇਲੈਕਟ੍ਰਿਕ ਫੀਲਡ ਨਹੀਂ ਹੋਏਗੀ। ਇਹਦਾ ਮਤਲਬ ਜਿਹੜੀ ਇਲੈਕਟ੍ਰਿਕ ਫੀਲਡ ਹੈ, ਜਿਸ T ਥਿਕਨੈਸ ਦੀ ਇੱਕ ਸਲੈਬ ਲਈ ਹੈ, D ਮਾਈਨਸ T ਟੋਟਲ ਹੈ, ਤਾਂ ਸਿਰਫ ਇਲੈਕਟ੍ਰਿਕ ਫੀਲਡ ਸਾਡੇ ਕੋਲ ਇਸ ਰੀਜਨ ਦੇ ਵਿੱਚ ਹੈ, D ਮਾਈਨਸ T ਦੇ ਵਿੱਚ। ਇਲੈਕਟ੍ਰਿਕ ਫੀਲਡ ਸਾਡੇ ਕੋਲ ਕੀ ਹੈ, D ਮਾਈਨਸ T ਰੀਜਨ ਦੇ ਵਿੱਚ ਹੀ ਹੈ। ਤੇ ਕਿੰਨੀ ਇਲੈਕਟ੍ਰਿਕ ਫੀਲਡ ਹੈ ਜਿਹੜੀ ਅਸੀਂ ਓਰੀਜਨਲੀ ਅਪਲਾਈ ਕੀਤੀ ਹੈ, ਉਹ ਸਾਡੇ ਕੋਲ ਕਿੰਨੀ ਹੈ, E ਨੋਟ, ਪੋਜ਼ਿਟਿਵ ਟੂ ਨੈਗੇਟਿਵ ਜਿਹੜੀ ਇੱਥੇ ਸਾਡੇ ਕੋਲ ਸ਼ੋ ਹੋ ਰਹੀ ਹੈ, E ਨੋਟ। ਕਲੀਅਰ ਹੋਇਆ ਕਿ ਨਹੀਂ ਹੋਇਆ ਜੀ? ਠੀਕ ਹੈ ਜੀ। ਮਤਲਬ ਮੈਥਡ ਬਿਲਕੁਲ ਪਹਿਲਾਂ ਵਾਲਾ ਹੀ ਹੈ ਜਿਵੇਂ ਪਹਿਲਾਂ ਅਸੀਂ ਸੋਲਵ ਕੀਤਾ ਹੈ। ਵੀ ਵਾਂਟ ਟੂ ਕੈਲਕੂਲੇਟ ਦੀ ਕਪੈਸਿਟੈਂਸ ਐਂਡ ਵੀ ਨੋ ਦੈਟ C ਇਜ਼ ਇਕੁਅਲ ਟੂ Q ਬਾਈ V, ਜਾਂ ਜਿਹੜਾ ਫਾਰਮੂਲਾ ਸਾਡੇ ਕੋਲ Q ਇਜ਼ ਇਕੁਅਲ ਟੂ ਵਾਈਸ ਚਾਂਸਲਰ ਵਾਲਾ CV, ਉੱਥੋਂ ਅਸੀਂ C ਦੀ ਵੈਲਿਊ ਕੱਢੀ ਤਾਂ ਆਪਣੇ ਕੋਲ ਕੀ ਆ ਗਈ, Q ਬਾਈ V। ਇਹਨੂੰ ਆਪਾਂ ਇਕੁਏਸ਼ਨ ਨੰਬਰ ਫਸਟ ਕਹਿੰਦੇ ਆਪਾਂ। ਨਾਓ ਵੀ ਵਾਂਟ ਟੂ ਕੈਲਕੂਲੇਟ ਦੀ ਵੈਲਿਊ ਆਫ ਦੀ V in terms of Q and we know that E is equal to dV by dr minus ਮੈਗਨੀਟਿਊਡ ਦੀ ਗੱਲ ਕਰੀਏ ਤਾਂ V by d, ਤਾਂ V ਦੀ ਵੈਲਿਊ ਸਾਡੇ ਕੋਲ ਕੀ ਆਈ, E into d, ਜਨਰਲ ਮੈਥਡ। ਠੀਕ ਹੈ। ਇਸ ਕੇਸ 'ਚ ਕੀ ਹੈ, ਪੋਟੈਂਸ਼ੀਅਲ ਆਪਣੇ ਕੋਲ ਕੀ ਹੈ, ਜੇ ਅਸੀਂ ਪਹਿਲਾਂ ਵਾਲਾ ਸਟੈਪ ਹੀ ਮੰਨ ਲਓ ਲਿਖ ਦਿੰਦੇ ਹਾਂ, E ਨੋਟ
डी माइनस टी प्लस ਇੱਥੇ ਇਲੈਕਟ੍ਰਿਕ ਫੀਲਡ ਦੀ ਵੈਲਿਊ ਕੀ ਆਪਾਂ ਲਿਖਿਆ ਸੀ E ਇੰਟੂ ਲਾਸਟ ਵਾਲੇ 'ਚ E ਇੰਟੂ ਟੀ, ਬਟ ਆਹ ਵੈਲਿਊ ਇਲੈਕਟ੍ਰਿਕ ਫੀਲਡ ਦੀ ਆਪਣੇ ਕੋਲੇ ਕੀ ਹੈ 0 ਹੈ, ਇਨਸਾਈਡ ਇਲੈਕਟ੍ਰਿਕ ਫੀਲਡ ਕੀ ਹੈ 0, ਇਸ ਕਰਕੇ ਸਾਡੇ ਕੋਲ ਇਹ ਰਿਲੇਸ਼ਨ ਰਹਿ ਗਿਆ। ਤੇ ਇਹਦੀ ਵੈਲਿਊ ਕੀ ਹੁੰਦੀ ਹੈ E ਦੀ, ਠੀਕ ਹੈ ਜੀ, ਸਿਗਮਾ ਬਾਏ ਐਪਸਾਈਲਨ ਨੋਟ ਡੀ ਮਾਈਨਸ ਟੀ। ਸਿਗਮਾ ਦੀ ਵੈਲਿਊ ਕਿਊ ਬਾਏ ਏ, ਟੋਟਲ ਚਾਰਜ ਬਾਏ ਟੋਟਲ ਏਰੀਆ, ਕਿਊ ਬਾਏ ਏ ਐਪਸਾਈਲਨ ਨੋਟ ਡੀ ਮਾਈਨਸ ਟੀ ਇਜ਼ ਇਕੁਅਲ ਟੂ ਵੀ। ਇਹਦਾ ਮਤਲਬ ਕੀ ਹੈ ਬੇਟੇ, ਅਸੀਂ V ਦੀ ਵੈਲਿਊ ਹੈ ਉਹ ਕੈਲਕੂਲੇਟ ਕਰ ਲਈ ਹੈ ਇਨ ਟਰਮਸ ਆਫ Q, ਠੀਕ ਹੈ ਜੀ, ਇਨ ਟਰਮਸ ਆਫ Q। ਨਾਓ ਪੁੱਟ ਦਿਸ ਵੈਲਿਊ ਇਨ ਇਕੁਏਸ਼ਨ ਫਸਟ, ਜਾਂ ਕਹੀਏ ਫਰੋਮ ਇਕੁਏਸ਼ਨ ਫਸਟ ਐਂਡ ਸੈਕਿੰਡ, ਠੀਕ ਹੈ। C ਦੀ ਵੈਲਿਊ ਆਪਣੇ ਕੋਲ ਕੀ ਆ ਗਈ Q ਬਾਏ V, Q ਦੀ ਵੈਲਿਊ ਕੀ ਹੈ Q ਬਾਏ A ਐਪਸਾਈਲਨ ਨੋਟ D ਮਾਈਨਸ T, Q ਨਾਲ Q ਕੈਂਸਲ, A ਐਪਸਾਈਲਨ ਨੋਟ ਉੱਪਰ ਚਲਾ ਗਿਆ, ਕੈਪੈਸਿਟੈਂਸ ਕੀ ਬਣ ਗਈ ਜੀ A epsilon naught divided by D minus T. This is the capacity of a parallel plate capacitor when a conducting slab is inserted. When a conducting slab is inserted. ਹੁਣ ਫਿਰ ਦੇਖੋ ਜੀ, ਜਿਹੜੀ D ਹੈ ਉਹ ਗ੍ਰੇਟਰ ਹੋਏਗੀ D minus T ਨਾਲੋਂ, ਕਿਉਂਕਿ ਕੋਈ ਨਾ ਕੋਈ ਟਰਮ ਕੀ ਹੋ ਰਹੀ ਹੈ, ਸਬਟਰੈਕਟ ਹੋ ਰਹੀ ਹੈ। ਪੈਰਲਲ ਪਲੇਟ ਕਪੈਸਿਟਰ ਦੀ ਜਿਹੜੀ ਵਿਦਾਊਟ ਡਾਇਲੈਕਟ੍ਰਿਕ ਜਾਂ ਕੰਡਕਟਿੰਗ ਸਲੈਬ ਫਾਰਮੂਲਾ ਸੀ 에ਅਰ ਵਾਲਾ A epsilon naught by D, ਹੁਣ ਆਹ D ਦੀ ਵੈਲਿਊ ਜ਼ਿਆਦਾ ਹੈ, ਇਨਵਰਸਲੀ ਪ੍ਰੋਪੋਰਸ਼ਨਲ ਟੂ ਕਪੈਸਿਟੈਂਸ। ਇੱਥੇ D ਮਾਈਨਸ ਟੀ ਹੈ ਤੇ ਇਹਦਾ ਮਤਲਬ ਇੱਥੇ ਕਪੈਸਿਟੈਂਸ ਸਾਡੇ ਕੋਲ ਕੀ ਹੋਈ ਹੈ ਇਨਕਰੀਜ਼। ਨਾਓ ਕਪੈਸਿਟੈਂਸ ਕੀ ਹੋ ਗਈ ਇਨਕਰੀਜ਼ ਕਰ ਗਈ, ਠੀਕ ਹੈ ਜੀ। ਜਿਵੇਂ ਪਹਿਲਾਂ ਆਪਾਂ ਸਪੈਸ਼ਲ ਕੇਸ ਕੀਤਾ ਸੀਗਾ, ਸਪੈਸ਼ਲ ਕੇਸ ਕਰੀਏ ਆਪਾਂ ਕਹੀਏ ਇਫ ਕੰਡਕਟਰ ਕੰਪਲੀਟਲੀ ਫਿਲਸ, ਕੰਡਕਟਰ ਆਪਣੇ ਕੋਲ ਕੀ ਕਰੇ ਕੰਪਲੀਟਲੀ ਫਿਲਸ ਦੀ ਸਪੇਸ, ਠੀਕ ਹੈ, ਇੱਥੋਂ ਤੱਕ ਟੱਚ ਕਰ ਜੇ ਨਾਲ, ਕਹਿੰਦਾ ਮਤਲਬ T ਦੀ ਵੈਲਿਊ ਸਾਡੇ ਕੋਲ ਕਹਿੰਦੇ ਬਰਾਬਰ ਹੋ ਜੂਗੀ D ਦੇ, ਥਿਕਨੈਸ ਆਫ ਸਲੈਬ ਸਾਡੇ ਕੋਲ ਕਹਿੰਦੇ ਬਰਾਬਰ ਹੋ ਜੂਗੀ ਸਪੇਸਿੰਗ ਬਿਟਵੀਨ ਦੀ ਪਲੇਟਸ। ਤੇ ਅਸੀਂ C ਦੀ ਵੈਲਿਊ ਕੈਲਕੂਲੇਟ ਕਰੀਏ ਕੈਪੈਸਿਟੈਂਸ ਦੀ A ਐਪਸਾਈਲਨ ਨੋਟ ਡਿਵਾਈਡ ਬਾਈ D ਮਾਈਨਸ T ਸੀ, ਤਾਂ T ਦੀ ਥਾਂ ਤੇ ਕੀ ਹੋ ਜਾਏਗਾ D ਮਾਈਨਸ D 0, ਇਹਦਾ ਮਤਲਬ A ਐਪਸਾਈਲਨ ਨੋਟ ਬਾਈ 0 ਸਮਥਿੰਗ ਬਾਈ 0 ਇਜ਼ ਇਕੁਅਲ ਟੂ ਇਨਫਿਨਿਟੀ। ਇਹਦਾ ਮਤਲਬ ਉਹਦੀ ਕਪੈਸਿਟੀ ਕਿੰਨੀ ਹੋ ਗਈ ਹੁਣ ਇਨਫਾਈਨਾਈਟ। ਇਹ ਮੈਥਮੈਟੀਕਲ ਆਪਣੇ ਕੋਲ ਰਿਜ਼ਲਟ ਆਇਆ, ਬਟ ਇਨਫਾਈਨਾਈਟ ਦਾ ਮਤਲਬ ਸਮਝੋ ਇੱਥੇ ਕੀ ਹੈ, ਕਪੈਸਿਟੀ ਇਨਫਾਈਨਾਈਟ ਨਹੀਂ ਹੋਗੀ। ਦੇਖੋ ਬੇਟੇ, ਇੱਕ ਆਪਣੇ ਕੋਲੇ ਪੈਰਲਲ ਪਲੇਟ ਕਪੈਸਿਟਰ ਸੀ, ਜਦੋਂ ਅਸੀਂ ਇੱਕ ਕੰਡਕਟਰ ਨੂੰ ਕੰਪਲੀਟਲੀ ਫਿਲ ਕਰਤਾ ਤਾਂ ਕੀ ਹੋਇਆ ਸ਼ਾਰਟ ਹੋ ਗਿਆ। ਇੱਕ ਕਪੈਸਿਟਰ ਆਪਣੇ ਕੋਲ ਕੀ ਹੋ ਗਿਆ ਸ਼ਾਰਟ ਹੋ ਗਿਆ। ਦੇਖੋ ਇੱਥੇ ਪੋਜ਼ਿਟਿਵ ਚਾਰਜ ਹੈ, ਜਦੋਂ ਕੰਡਕਟਰ ਨੂੰ ਟੱਚ ਕੀਤਾ ਤਾਂ ਪੋਜ਼ਿਟਿਵ ਚਾਰਜ ਆਪਣੇ ਕੋਲ ਇੱਥੇ ਨੈਗੇਟਿਵ, ਕਹਿਣ ਦਾ ਮਤਲਬ ਨੈਗੇਟਿਵ ਤੇ ਪੋਜ਼ਿਟਿਵ ਆਪਸ ਦੇ ਵਿੱਚ ਆਪਣੇ ਕੋਲ ਕੀ ਕਰ ਜਾਣਗੇ ਕੰਬਾਈਨ ਕਰ ਜਾਣਗੇ, ਤੇ ਕਪੈਸਿਟਰ ਆਪਣੇ ਕੋਲ ਕੀ ਹੋਊਗਾ ਫਟ ਜਾਊਗਾ। ਜਾਂ ਆਪਾਂ ਕਹੀਏ ਵੀ ਜਿਹੜਾ ਵੀ ਤੁਸੀਂ ਚਾਰਜ ਉਹਨੂੰ ਦੇਈ ਜਾ ਰਹੇ ਆ ਤਾਂ ਉਹ ਸਾਰੇ ਦਾ ਸਾਰਾ ਆ ਨੈਗੇਟਿਵ ਪਲੇਟ ਨੂੰ ਆਪਾਂ ਇੱਧਰਲੀ ਸਾਈਡ ਤੇ ਕੀ ਕੀਤਾ ਹੁੰਦਾ ਅਰਥ ਕੀਤਾ ਹੁੰਦਾ, ਇਸ ਲਈ ਸਾਰੇ ਦਾ ਸਾਰਾ ਚਾਰਜ ਕਿੱਥੇ ਜਾ ਰਿਹਾ ਅਰਥ ਦੇ ਵਿੱਚ। ਤੁਸੀਂ ਪੋਜ਼ਿਟਿਵ ਚਾਰਜ ਦੇਈ ਜਾ ਰਹੇ ਹੋ ਸਾਰੇ ਦਾ ਸਾਰਾ ਮੂਵ ਕਰਕੇ, ਕਿਉਂਕਿ ਆ ਪਾਥ ਬਣ ਗਿਆ ਜਦੋਂ ਕੰਪਲੀਟਲੀ ਫਿਲ ਕਰਤਾ, ਸਾਰਾ ਕਿੱਥੇ ਜਾ ਰਿਹਾ ਅਰਥ 'ਚ। ਤਾਂ ਆਪਾਂ ਨੂੰ ਇਹ ਲੱਗ ਰਿਹਾ ਵੀ ਜਿੰਨਾ ਵੀ ਅਸੀਂ ਚਾਰਜ ਦੇ ਰਹੇ ਹਾਂ ਉਹ ਆਪਣੇ ਕੋਲ ਕੀ ਕਰ ਰਿਹਾ ਉਹਨੂੰ ਐਬਜ਼ੌਰਬ ਕਰੀ ਜਾ ਰਿਹਾ ਇਹਦੀ ਕਪੈਸਿਟੀ ਬਹੁਤ ਜ਼ਿਆਦਾ ਵੱਧ ਗਈ, ਬਟ ਐਕਚੁਅਲ ਦੇ ਵਿੱਚ ਕੀ ਹੋਇਆ ਵੀ ਉਹ ਆਪਣੇ ਕੋਲ ਸ਼ਾਰਟ ਹੋ ਗਿਆ। ਕਲੀਅਰ ਹੋਇਆ ਕਿ ਨਹੀਂ ਹੋਇਆ ਬਟ ਇਹ ਕੇਸ, ਠੀਕ ਹੈ ਜੀ, ਇਹਨੂੰ ਯਾਦ ਰੱਖ ਲੈਣਾ, ਠੀਕ। ਲਓ ਹੁਣ ਅਸੀਂ ਕਰਦੇ ਹਾਂ ਜੀ ਕੰਬੀਨੇਸ਼ਨ ਆਫ ਕਪੈਸਿਟਰਸ। ਕੰਬੀਨੇਸ਼ਨ ਆਫ ਕਪੈਸਿਟਰਸ ਕਹਿਣ ਦਾ ਮਤਲਬ ਜੇਕਰ ਜਿਹੜੀ ਵੈਲਿਊ ਆਪਣੇ ਕੋਲ ਕਪੈਸਿਟਰ ਦੀ ਆਪਾਂ ਨੂੰ ਚਾਹੀਦੀ ਹੁੰਦੀ ਹੈ ਉਹ ਵੈਲਿਊ ਅਵੇਲੇਬਲ ਨਾ ਹੋਵੇ, ਠੀਕ ਹੈ ਜੀ, ਉਹ ਵੈਲਿਊ ਅਵੇਲੇਬਲ ਨਾ ਹੋਵੇ ਤਾਂ ਸਾਨੂੰ ਕੀ ਕਰਨਾ ਪੈਂਦਾ, ਕਪੈਸਿਟਰਸ ਦੀ ਵੈਲਿਊ ਦਾ ਜੋੜ ਘਟਾਓ ਕੋਈ ਨਾ ਕੋਈ ਸੈਟਿੰਗ। ਦੋ ਤਰ੍ਹਾਂ ਦੇ ਕੰਬੀਨੇਸ਼ਨ ਅਸੀਂ ਬਣਾ ਸਕਦੇ ਹਾਂ, ਸੀਰੀਜ਼ ਤੇ ਪੈਰਲਲ। ਸੀਰੀਜ਼ ਤੇ ਪੈਰਲਲ ਬੇਸਿਕਸ ਨੂੰ ਬੜਾ ਧਿਆਨ ਨਾਲ ਸਮਝ ਲੈਣਾ। ਸੀਰੀਜ਼ ਦਾ ਮਤਲਬ ਕੀ ਹੈ, ਲੈਟ ਅਸ ਟੇਕ ਟੂ ਕਪੈਸਿਟਰਸ, ਆਪਾਂ ਇੱਕ ਕਪੈਸਿਟਰ ਲਿਆ, ਇਹ ਦੂਸਰਾ ਕਪੈਸਿਟਰ, ਜਿਹੜੀ ਇਸ ਤਰ੍ਹਾਂ ਦੀ ਅਰੇਂਜਮੈਂਟ ਅਸੀਂ ਸ਼ੋਅ ਕੀਤੀ ਹੈ ਉਹ ਸੀਰੀਜ਼ ਹੈ। ਬਾਹਰੋਂ ਅਸੀਂ ਇਹਨੂੰ ਐਕਸਟਰਨਲ ਬੈਟਰੀ ਦੇ ਨਾਲ ਅਸੀਂ ਇਹਨੂੰ ਕਨੈਕਟ ਕਰਤਾ, ਜਿੰਦੀ ਵੋਲਟੇਜ V ਹੈ, ਠੀਕ ਹੈ ਜੀ। ਹੁਣ ਦੇਖੋ ਆਹ ਕਪੈਸਿਟਰ C1 ਹੈ, ਇਹ C2 ਹੈ। ਸੀਰੀਜ਼ ਦੇ ਵਿੱਚ ਕੀ ਹੁੰਦਾ ਹੈ, ਜੇਕਰ ਇੱਥੋਂ ਆਪਣੇ ਕੋਲ ਕਨਵੈਨਸ਼ਨਲ ਕਰੰਟ ਦੀ ਵੈਲਿਊ ਆਊਗੀ ਉਹ ਇਹਦੇ ਵਿੱਚ ਦੀ ਪਾਸ ਹੋ ਕੇ ਇਸ ਤਰ੍ਹਾਂ ਨਾਲ ਪਾਸ ਕਰੇਗੀ। ਸੋ ਆਪਾਂ ਜਿਹੜਾ ਟਰਮ ਇੱਥੇ ਯਾਦ ਰੱਖਣੀ ਹੈ, ਇਨ ਸੀਰੀਜ਼ there is only
one path for the current to flow। कहने का मतलब करंट दे फ्लो करन दे लई सिर्फ साडे कोल एक ही पाथ है। ठीक है जी, ये पॉइंट क्लीयर होया कि नहीं होया। एक दो टर्म्स जिहड़ियां होर साडे कोल, एक पोटैंशियल है तो एक चार्ज है, जिन्हों असीं करंट कह दिंदे हां। भी इन्हां दा रिलेशन अपने कोल इस केस च की होऊगा, उनदे वास्ते असीं एक निमोनिक्स टाइप एक वर्ड याद रखना है, सीरीज़ है, नाल याद रखना SC सुप्रीम कोर्ट। एस ते सीरीज़, एस ते सेम, सी ते करंट। सो हमेशा याद रखना है भी सीरीज़ दे विच की है, इन सीरीज़ करंट इज़ ऑलवेज सेम। दो टर्म दे बेटे, एक इत्थे वोल्टेज है तो एक करंट है। जे करंट सेम है तो वोल्टेज की होएगी, डिवाइड होएगी। दोनों नूं इकट्ठे नहीं याद रखना, एक नूं याद रखना, दूसरी अपने आप कह देना भी डिवाइड होएगी। SC सीरीज़ दे विच करंट सेम है तो वोल्टेज की होएगी, एंड वोल्टेज इज़ डिवाइडेड, एंड वोल्टेज इज़ डिवाइडेड। किंदे विचकार डिवाइड होनी है, जिहड़े तुसीं कैपेसिटर लाए। जे 20 कैपेसिटर वोल्टेज तुसीं टोटल दित्ती है, ठीक है जी, तो पहले दे क्रॉस कितनी हैगी, लेट इट इज़ V1, तो सैकेंड दे क्रॉस कितनी हैगी, लेट इट इज़ V2। वोल्टेज डिवाइड होगी, करंट की वैल्यू की है, इहदे क्रॉस भी करंट की वैल्यू आई है, इहदे क्रॉस भी करंट की वैल्यू आई है। ये पॉइंट याद रख लेना। सीरीज़ का आपां की याद रखिया बेटे, निमोनिक SC, सीरीज़ च करंट सेम है, S ते सीरीज़, S ते सेम, C ते करंट। ठीक है जी। पैरलर नूं आपां किवें याद रखना है, उल्ट, अपोजिट टू सीरीज़, अपोजिट टू सीरीज़। उत्थे करंट सेम है, इत्थे करंट डिवाइड होएगा। उत्थे वोल्टेज डिवाइड होई सी, इत्थे वोल्टेज सेम होएगी। वोल्टेज सेम किवें होएगी, जेकर कैपेसिटर दा पॉजिटिव टर्मिनल सारे कैपेसिटर दा बैटरी दे एक टर्मिनल नाल लग्या होवे ते नैगेटिव दूसरे नाल। देखो आपां केस बनाउणे कि लेट अस टेक टू कैपेसिटर्स, एक C1 कैपेसिटर है, एक C2 कैपेसिटर है। आपां की कहा बेटे, कोई भी दो कैपेसिटर है जां जिन्ने भी कैपेसिटर है, वो पैरलर कदों होणगे, जदों दोवां दा जिहड़ा एक टर्मिनल है, जिवें मान लो दोवां दा पॉजिटिव टर्मिनल है, वो बैटरी दे पॉजिटिव टर्मिनल नाल लग्या होवे। ये जरूरी है। इधरों अपने कोल की एक कैपेसिटर दा नैगेटिव टर्मिनल दोवां दा नैगेटिव टर्मिनल ज्वाइन करके बैटरी दे नैगेटिव नाल लग्या होवे। ये एक्सटर्नली अप्लाइड वोल्टेज है। हुण देखो वोल्टेज असीं चैक करनी है इस पॉइंट दे ते इस पॉइंट दे विचकार। इहदे क्रॉस भी वोल्टेज V है, तो इत्थे भी अपने कोल वोल्टेज कितनी आएगी, V, तो इहदे क्रॉस भी वोल्टेज कितनी आएगी, क्योंकि सेम नाल कनैक्टेड है V। हुण करंट देखो, इस पॉइंट तक करंट आई है, इत्थे की देयर आर टू पाथ फॉर द करंट टू फ्लो। करंट इधर भी जा सकता, करंट इधर भी जा सकता। ਜਿਹੜੇ कैपेसिटर का रजिस्टेंस अपने को घट होगा उधर ज़्यादा करंट चला जाऊगा, जिंदा रजिस्टेंस अपने को ज़्यादा होगा उधर करंट घट जाऊगा। कहने का मतलब स्प्लिटिंग ऑफ द करंट हो जो, मान लो इधर I1 करंट चला गया, इधर I2 करंट चला गया। क्लीयर होया कि नहीं है। सो आप याद रखना है इन पैरलर, ठीक है जी। उधर आप याद रखा सी SC सेम करंट है, तो इत्थे अपने को की आप उत्थों शुरू करिए भी करंट इज़ डिवाइडेड। एक तो ही याद रखना है, जो दोवें अलग अलग केस याद रखांगे तो आप कन्फ्यूज होवांगे। SC तो ही याद रखना है करंट इज़ डिवाइडेड बट वोल्टेज इज़ सेम। ठीक है। नूमैरिकल के पॉइंट ऑफ व्यू नाल जे असीं देखना है तो उन्होंने देखने लई कि सीरीज़ दे विच की है, सीरीज़ दे विच याद रखना करंट दे लंघण लई भावें करंट सेम है, वन पाथ है, इक्को ही रास्ता है, तो पैरलर दे विच अपने कोल की है मोर दैन वन पाथ, मोर दैन वन पाथ। ठीक है। जिवें असीं आ डायग्राम बनाया जी, इस तरह नाल अपने कोल करंट आई आ रहा है, इस पॉइंट ते आके की है करंट है जिहड़ा अपने कोल इधर भी जा सकदा सी, ते करंट अपने कोल इधर भी जा सकदा सी। इधर I1 चला गया, मान लो I2। ठीक है जी। मोर दैन वन पाथ फॉर द करंट टू फ्लो। क्लीयर होया कि नहीं होया। जेकर इक्को पाथ है तो सीरीज़ है, करंट सेम होगा। जो मोर दैन वन पाथ है तो करंट ऑटोमैटिकली डिवाइड हो जाएगा। दो टर्म्स है, जो एक टर्म डिवाइड होगी तो दूसरी अपने कोल की रहेगी, सेम। ठीक है जी। ये बेसिक इंट्रोडक्शन सी कॉम्बीनेशन ऑफ कैपेसिटर, याद रख लेनी है, तो न्यूमेरिकल आउंदा। ठीक है जी। तो इहदी जिहड़ी अपने को डेरीवेशनस है वो भी अपने को आउंदियां। लो जी, हुण अपने को नैक्सट अपने को आप जिहड़ी वैल्यू कैलकुलेट करते हैं इक्विवेलेंट कैपेसिटर। इक्विवेलेंट का मतलब की हुंदा, सेम।
मतलब ग्रुप ऑफ कैपेसिटर के बराबर एक कल्ला ही कैपेसिटर होवे उन्होंने आप कह दें इक्विवेलेंट कैपेसिटर, तो उनकी कैपेसिटेंस नूं कह दें इक्विवेलेंट कैपेसिटेंस। ठीक है, जिवें मान लो रस्साकशी की आप एग्जाम्पल लईए, दो टीमां, एक साइड ते मान लो 3 जने हैं, C1 C2 ते C3, एक साइड ते C ऑफ इक्विवेलेंट। मान लो तिन्नां दा जिहड़ा जोर है वो इनके बराबर होवे ते सेंटर दे विचों जिहड़ा वो कोई भी आपदे वल ना खिंच सके, तो इहदा मतलब आपां की कहांगे C ऑफ इक्विवेलेंट का जिहड़ा जोर है वो C1 + C2 + C3 के बराबर है, इसलिए C का जिहड़ा जोर है वो तिन्नां दे जोड़ के बराबर है। ठीक है जी, इस तरह की सिचुएशन नूं आपां की कहने इक्विवेलेंट कैपेसिटर। सो इक्विवेलेंट कैपेसिटर की है, इट इज़ ए सिंगल कैपेसिटर, आ लिखा है देखो बेटे, इट इज़ ए सिंगल कैपेसिटर विच प्रोड्यूसिस द सेम इफैक्ट एज द ग्रुप ऑफ कैपेसिटर्स। जिवें इत्थे आपां 3 की एग्जाम्पल लईए, 2 4 5 7 जिन्ने भी कैपेसिटर तुसीं लाए उन्हां दे बराबर जिहड़ा कल्ला सेम इफैक्ट प्रोड्यूस कर रहा, जिवें वो इंडिविजुअली अपने कोल प्रोड्यूस कर रहे सी वैन एडिड टूगैदर, तो वो कैपेसिटर नूं आपां की कहने हैं इक्विवेलेंट कैपेसिटर। ठीक है जी, लो सीरीज़ कॉम्बीनेशन असीं सॉल्व करन लगे हैं। देखो बेटे एक गल हुण मैं इत्थे तुहानूं इंपॉर्टेंट जिहड़ा उत्थे निमोनिक्स याद किया सी, उवें एक नुकता है इत्थे निमोनिक्स कह लो जिवें मर्जी, किहड़ा है जिहड़ा असीं याद रखना है, जिहड़ी चीज़ टुटे उन्होंने जोड़ दो। ठीक है जी, द टर्म विच इज़ डिवाइडेड इज़ एडिड। ठीक है जी, द टर्म विच इज़ डिवाइडेड इज़ एडिड। ये कोई फार्मूला नहीं है, अपना देसी नुस्खा है याद रखने का। ठीक है जी, लो सीरीज़ के केस की है, लेट अस टेक 3 कैपेसिटर्स C1 C2 एंड C3 which are combined together in the series, and in series we know that formula SC, current is same। ठीक है जी, आ देखो आप बैटरी ना लाया तो करंट आई है, इत्थे भी करंट आई है, देयर इज़ ओनली वन पाथ फॉर द करंट टू फ्लो, एंड क्रॉस भी करंट C1 दे क्रॉस भी करंट कितना आई है, C2 दे भी आई है, C3 दे भी की है आई। वोल्टेज इज़ डिवाइडेड, पहले दे क्रॉस वोल्टेज कितनी है V1, सैकेंड दे क्रॉस कितनी है V2, तो थर्ड दे क्रॉस कितनी है V3। ठीक है जी, वी नो दैट इन सीरीज करंट इज सेम बट वोल्टेज इज डिवाइडेड, वोल्टेज इज डिवाइडेड एंड देयर इज ओनली वन पाथ फॉर द करंट टू फ्लो। ठीक है, हुण साडा नुस्खा की कहंदे भी जिहड़ी चीज़ टुटे उन्होंने जोड़ दो। टुट्टी किहड़ी चीज़ है, V इज डिवाइडेड, नाउ V इज इक्वल टू V1 + V2 + V3, डेरीवेशन के पॉइंट ऑफ व्यू नाल दस रहे, V1 + V2 + V3। ठीक है जी, जिहड़ी टर्म अपने कोल टुट्टी है वो टर्म नूं अपने कोल की कर दो, ऐड कर दो, V1 + V2 + V3। ठीक है जी, हुण असीं कैपेसिटर वाला पार्ट कर रहे हैं, तो V ते जिहड़ा साडे कोल रिलेशन है C इज इक्वल टू Q × V। ठीक है जी, Q अपने कोल की है, चार्ज है। ठीक है जी, ये इक्वेशन दे विचों कैपेसिटेंस की वैल्यू कितनी है, C1 C2 C3 अलग अलग कैपेसिटेंस दे 3 है, वोल्टेज की वैल्यू कितनी है V1 V2 V3। ठीक है, जी इनू आपां कहता इक्विवेलेंट। हुण असीं इहदी वैल्यू कैलकुलेट करनी फ्रॉम दिस रिलेशन C इज इक्वल टू Q × गलत लिख लिया बेटे आपां, Q इज इक्वल टू वाइस चांसलर वाला, Q इज इक्वल टू VC। ठीक है जी, जिहड़ा असीं याद रखिया सीगा। हुण इहदे विच की है, करंट इज सेम dQ/dt, आई अपने कोल कहंदे बराबर हुंदा dQ/dt, आई अपने कोल कहंदे बराबर हुंदा dQ/dt। ठीक है जी, इहदे विच जिहड़ा चार्ज है, करंट का मतलब चार्ज पर यूनिट टाइम जिहड़ा मूव कर रहा है वो सेम है, चार्ज सेम है एंड अपने कोल वैल्यू की हो रही है, इन्हां दी वैल्यू आएगी। सो आपां इत्थे जे असीं वैल्यू कैलकुलेट करिए, V1 की वैल्यू साडे कोल की होएगी। ठीक है, जे असीं इत्थों कैलकुलेट करते हैं इस रिलेशन तो, करंट सेम है C1 V1, क्योंकि पहले की कैपेसिटेंस C1 है, पोटेंशियल ऑन दे क्रॉस कितना V1 है। सिमिलरली फॉर V2 असीं कैलकुलेट करते हैं, करंट सेम है C2 V2। थर्ड जे असीं 3 लए है, करंट सेम है क्योंकि सीरीज़ है C3 V3। इक्विवेलेंट के केस की है, ठीक है जी, कैपेसिटेंस की है इक्विवेलेंट। ठीक है जी, तो V ऑफ इक्विवेलेंट, जे असीं इहदी वैल्यू इत्थे पुट करिए V ऑफ इक्विवेलेंट।
ठीक है। इतों जो असी V की वैल्यू कैलकुलेट करिए तो Q बाय C1, Q बाय C2, Q बाय C3 तो Q बाय C ऑफ इक्विवेलेंट। सो इत्थे वैल्यू असी पुट की Q बाय C ऑफ इक्विवेलेंट, C ऑफ इक्विवेलेंट। ये पॉइंट दसो बेटे क्लीयर होया कि नहीं है? आ स्टैप दसो बेटे इतों जो असी वैल्यू कैलकुलेट की है। ठीक है जी। C ऑफ इक्विवेलेंट की असी V ऑफ इक्विवेलेंट की वैल्यू कढ़ी है, इक्विवेलेंट पोटेंशियल C बाय Q बाय C ऑफ इक्विवेलेंट। ठीक है जी। इतों वैल्यू कढ़ी है V1 की, ये अपने को की आ गई Q बाय C1, इतों वैल्यू की आ गई Q बाय C2, इतने वैल्यू की आ गई Q बाय C3। ठीक है जी। ये पॉइंट दसो बेटे क्लीयर होया कि नहीं होया? ठीक है जी। असी वैल्यू पुट करती, हुण अपने को की है जी करंट की वैल्यू है वो बोथ साइड अपने को की है सेम, कॉमन कट के अपने को कैंसल हो जू। तो वैल्यू साढ़े को देखो की आ गई 1 बाय C ऑफ इक्विवेलेंट इज इक्वल टू 1 बाय C1 प्लस 1 बाय C2 प्लस 1 बाय C3। ठीक है जी। ये रिलेशन है जोड़ा याद रख लेना इन टर्म्स ऑफ कैपेसिटर। ये साढ़े को वैल्यू आ गई सीरीज के केस दे सॉरी जेकर असी दो कैपेसिटर लए होंगे, ठीक है, इक्विवेलेंट की वैल्यू कढ़नी है तो इन्हों का एलसीएम लैके इन्हों आप की करांगे रेसिप्रोकल ले लेंगे। बट जी फेमस फॉर्म है जी असी याद रखी हुई है वो असी दो कैपेसिटर वास्ते याद रखी। मान लो जो दो कैपेसिटर आप लए होंगे तो C ऑफ इक्विवेलेंट की होनी सी 1 बाय C1 प्लस 1 बाय C2 फॉर टू कैपेसिटर्स। ठीक है जी। हुण इहदा एलसीएम जे असी ले लीए C1 C2 C1 के थले, ठीक है जी, इस तरह बन जाएगा इक्वल टू 1 बाय C ऑफ इक्विवेलेंट। इहदा असी रेसिप्रोकल ले ली तो C ऑफ इक्विवेलेंट है जी इक्विवेलेंट कैपेसिटेंस अपने को की आ जूगी C1 C2 डिवाइड बाय C1 प्लस C2। ये फेमस फॉर्म है जी असी मूँह जवानी याद रखते हैं। क्लीयर होया कि नहीं होया? ये साढ़े को की है इक्विवेलेंट कैपेसिटेंस है वो सीरीज़ के केस दे विच जिहड़ी वो ड्राइव हो गई है। ये अपने को की कहती है भी इफ कैपेसिटर्स आर कनैक्टेड इन सीरीज दैन द वैल्यू ऑफ द इक्विवेलेंट कैपेसिटेंस इज स्मॉलर दैन द स्मॉलेस्ट वैल्यू। मतलब वो घट गई, वर्ड की है स्मॉलर दैन द स्मॉलेस्ट वैल्यू ऑफ कैपेसिटर्स कनैक्टेड इन सीरीज। कहना मतलब जोड़े भी कैपेसिटर तुसी सीरीज कनैक्ट किए हैं ना जी इक्विवेलेंट की वैल्यू आई है वो उन्होंने तो घट आई है। जिवें मान लो आप इनू टैसट करते हैं, लेटेस्ट एक दो कैपेसिटर तुसी लए है, एक C1 मान लो 7 माइक्रोफैरड का ले लिया, C2 आप ले लिया 3 माइक्रोफैरड का, तो इक्विवेलेंट कैपेसिटेंस की होगी C ऑफ इक्विवेलेंट का फार्मूला C1 C2 7 गुणा 3 डिवाइड बाय 7 जमा 3, 7 ती है 21 बटा 10 कितनी आई 2.1 माइक्रोफैरड। इसका मतलब इक्विवेलेंट की वैल्यू कितनी आई 2.1 माइक्रोफैरड। तो छोटे तो छोटी वैल्यू कैपेसिटर की जी तुसी कनैक्ट की कितनी सी 3 माइक्रोफैरड। इसका मतलब की होया जी इक्विवेलेंट वैल्यू आई वो छोटे तो छोटे कैपेसिटर की जी वैल्यू सी उदों भी छोटी आई है, स्मॉलर दैन दी स्मॉलेस्ट वैल्यू ऑफ द कैपेसिटर कनैक्टेड इन सीरीज। इसका मतलब जोड़ा मेन पॉइंट इत्थे याद रखना भी जेकर कैपेसिटर नूं सीरीज दे विच कनैक्ट किया जाता है ना जी तो उहदे विच अपने कोल की हुंदा है जिहड़ी इक्विवेलेंट की वैल्यू हुंदी है वो अपने कोल की हुंदी घट जाती है। ठीक है जी। छोटे तो छोटी वैल्यू भी जिहड़ी अपने कोल कैपेसिटर की कनैक्ट की हुंदी है उस तो भी अपने कोल घट जाती है। होप करते हैं तुहानूं क्लीयर हो गया होगा। लो जी हुण नैक्सट आर्टिकल दे विच असीं करते हैं जदों कैपेसिटर्स नूं किस तरह नाल कनैक्ट करता। लेट अस 3 कैपेसिटर्स C1 C2 C3 आर कनैक्टेड इन पैरेलल। पैरेलल दे विच कनैक्ट कीता है। ठीक है जी। इधरली साइड प्लस कर लो, इधर माइनस। तो इधरली साइड तो करंट आई आएगा। जो करंट इत्थे पहुँचेगा तो देयर आर 3 पाथ फॉर द करंट टू फ्लो। करंट इधर भी जा सकता, करंट इधर भी जा सकता, करंट इधर भी। इधर करंट कितना गया I1, इधर I2 तो इधर अपने को I3। इसका मतलब करंट की हो गया डिवाइड हो गया तो वोल्टेज की रहेगी फिर सेम। जिवें आपां हुणे केस कीता सी SC मैंने सीरीज च करंट सेम है तो फिर पैरेलल दे विच करंट की होएगा डिवाइड होएगा। ठीक है जी। लेट अस टेक आप थ्योरी दे विच लिखांगे लेट अस टेक 3 कैपेसिटर्स C1 C2 C3 विच आर कनैक्टेड इन पैरेलल। ठीक है जी। विच आर कनैक्टेड इन पैरेलल
with external battery of voltage V. I is the current which is following. ठीक है जी, करंट इज डिवाइडेड इनटू I1, I2 एंड I3 इनटू 3 ब्रांचेस. देयर आर 3 पाथ फॉर द करंट टू फ्लो. देसी नुस्खा ਹੁਣ ਦੇਖੋ ਆਪਣਾ ਕੀ ਕਹਿੰਦਾ. ਉਹ ਕਹਿੰਦਾ ਵੀ ਜਿਹੜੀ ਚੀਜ਼ ਟੁੱਟੇ ਉਹਨੂੰ ਜੋੜ ਦਿਓ. ਕਰੰਟ ਟੁੱਟਿਆ ਨਾ ਆਪਣੇ ਕੋਲੇ, I is equal to I1 plus I2 plus I3. ਅਸੀਂ ਤਾਂ C ਆਫ ਇਕੁਇਵਲੈਂਟ ਤੇ ਪਹੁੰਚਣਾ ਚਾਹੁੰਦੇ ਹਾਂ. ਠੀਕ ਹੈ ਜੀ, ਆਪਣੇ ਫਾਰਮੂਲੇ ਤਾਂ ਸਾਨੂੰ ਪਤਾ ਵੀ Q is equal to VC, ਵਾਈਸ ਚਾਂਸਲਰ ਵਾਲਾ ਫਾਰਮੂਲਾ. ਪਰ ਸਾਨੂੰ ਕੀ ਚਾਹੀਦਾ? ਕਰੰਟ ਚਾਹੀਦਾ. ਕਰੰਟ ਆਪਣੇ ਕੋਲ ਕੀ ਹੁੰਦਾ? I is equal to dq by dt. I is equal to dq by dt. ਇਹਦਾ ਮਤਲਬ ਜਿਹੜਾ ਅਸੀਂ ਇੱਥੇ ਵੈਲਿਊ ਕੈਲਕੂਲੇਟ ਕਰਨਾ ਚਾਹੁੰਦੇ ਹਾਂ, ਠੀਕ ਹੈ ਜੀ, ਉਹ ਵੈਲਿਊ ਸਾਡੇ ਕੋਲ ਕੀ ਹੋਏਗੀ? ਅਸੀਂ Q ਦੀ ਵੈਲਿਊ ਨਹੀਂ ਇੱਥੇ ਕੈਲਕੂਲੇਟ ਕਰਨਾ ਚਾਹੁੰਦੇ. ਸਾਡੇ ਕੋਲ ਵੈਲਿਊ ਕੀ ਹੋਏਗੀ? ਅਸੀਂ I ਦੀ ਵੈਲਿਊ ਕੈਲਕੂਲੇਟ ਕਰਨਾ ਚਾਹੁੰਦੇ ਹਾਂ. ਤੇ I ਸਾਡੇ ਕੋਲ ਕਿਹਦੇ ਬਰਾਬਰ ਹੁੰਦਾ? I ਆਪਣੇ ਕੋਲ ਬਰਾਬਰ ਹੁੰਦਾ dq by dt. ਠੀਕ ਹੈ ਜੀ, ਜੇ ਇੱਥੋਂ ਅਸੀਂ ਵੇਖੀਏ ਇਹਦਾ ਮਤਲਬ ਜਿੰਨਾ I ਹੈ, ਜੇ ਅਸੀਂ ਇੱਥੇ ਵੈਲਿਊ ਭਰ ਦਿੰਦੇ ਹਾਂ, ਮੰਨ ਲਓ ਇਹਦੀ ਵੈਲਿਊ ਆਪਾਂ ਭਰਦੇ ਹਾਂ ਇਕੁਇਵਲੈਂਟ ਦੀ ਫਾਰਮ 'ਚ, I dq by dt. ਇੱਥੇ ਇਕੁਇਵਲੈਂਟ, ਠੀਕ ਹੈ ਜੀ, ਇੱਥੇ ਆਪਾਂ ਕਹੀਏ dq1 by dt, ਸੇਮ ਟਾਈਮ ਦੇ ਵਿੱਚ ਫਲੋ ਕਰ ਰਹੇ dq2 by dt. ਇਹਨੂੰ ਆਪਾਂ ਕੀ ਕਹਿ ਸਕਦੇ ਹਾਂ? dq3 by dt. ਕਹਿਣ ਦਾ ਮਤਲਬ ਜੇਕਰ ਟਾਈਮ ਸੇਮ ਹੈ ਅਸੀਂ ਇਹਨੂੰ ਇਸ ਤਰ੍ਹਾਂ ਨਾਲ ਲਿਖ ਸਕਦੇ ਹਾਂ, ਆਹ ਟਰਮ ਆਪਣੇ ਕੋਲ ਕੈਂਸਲ ਹੋ ਜਾਏਗੀ. ਠੀਕ ਹੈ ਜੀ, ਟੋਟਲ ਡਿਫਰੈਂਸ਼ੀਅਲ ਨੂੰ ਵੀ ਜਦੋਂ ਅਸੀਂ ਸੋਲਵ ਕਰਾਂਗੇ ਤਾਂ ਇਹ ਸਾਡੇ ਕੋਲ ਇਕੁਏਸ਼ਨ ਕੀ ਆ ਜੂਗੀ? Q is equal to Q1 plus Q2 plus Q3. ਠੀਕ ਹੈ ਜੀ, ਕਿਉਂਕਿ ਕਰੰਟ ਡਿਵਾਈਡ ਹੋਇਆ ਤਾਂ ਮਤਲਬ ਕਰੰਟ ਬੇਸਿਕਲੀ ਕੀ ਹੈ? ਚਾਰਜ ਹੀ ਹੈ. ਹੁਣ ਆਹ ਫਾਰਮੂਲੇ ਤੋਂ ਅਸੀਂ ਦੇਖੀਏ ਕਰੰਟ ਡਿਵਾਈਡ ਹੋ ਰਿਹਾ. ਫਸਟ Q1 ਦੀ ਵੈਲਿਊ ਕੱਢਦੇ ਹਾਂ ਤਾਂ Q1 ਹੋ ਜਾਏਗਾ. ਕਪੈਸਿਟੈਂਸ ਕੀ ਹੈ? C1. ਪੋਟੈਂਸ਼ੀਅਲ ਤਾਂ ਸੇਮ ਹੈ. Q2 ਦੀ ਵੈਲਿਊ ਕਿੰਨੀ ਆਏਗੀ? C2 into V. 3 ਦੀ ਵੈਲਿਊ ਕੀ ਆਏਗੀ? C3 into V. ਤਿੰਨਾਂ ਕੇਸਿਸ ਦੇ ਵਿੱਚ ਕੀ ਹੈ? ਪੋਟੈਂਸ਼ੀਅਲ ਇਜ਼ ਸੇਮ. ਤਿੰਨਾਂ ਦੇ ਵਿੱਚ ਪੋਟੈਂਸ਼ੀਅਲ ਆਪਣੇ ਕੋਲ ਕੀ ਹੈ? ਸੇਮ, ਕਿਉਂਕਿ ਕਰੰਟ ਡਿਵਾਈਡ ਹੋਇਆ ਹੈ. ਉਵੇਂ ਇਕੁਇਵਲੈਂਟ ਦੀ ਵੈਲਿਊ ਕੱਢਾਂਗੇ Q, C of equivalent into V. ਉਹ ਵੈਲਿਊ ਅਸੀਂ ਇੱਥੇ ਪੁੱਟ ਕਰੀਏ C of equivalent into V. ठीक है जी, C1 into V plus C2 into V plus C3 into V. क्योंकि फिर वही पॉइंट आ गया भी इन पैरेलल वोल्टेज इज सेम. सो असी वोल्टेज नूं चेंज नहीं किया. हुण वोल्टेज बोथ साइड ते अपने कोल की हो जाएगी? कैंसल हो जाएगी. कॉमन कट के तो C ऑफ इक्विवेलेंट की वैल्यू साडे कोल की आई? C1 plus C2 plus C3. ठीक है जी, पैरेलल दे केस च याद रख लेना the equivalent capacitance is greater than the greatest value. Greater than the greatest value. Greater than the greatest value of capacitance connected in parallel. ठीक है, जिवें आपां पहला एग्जांपल ਲਈ ਸੀ, ਕੋਈ ਇੱਥੇ ਸਿੱਧਾ ਹੀ ਕਲੀਅਰ ਹੀ ਹੈ ਵੀ ਸਾਰੇ ਐਡ ਹੀ ਹੋ ਰਹੇ. ਮੰਨ ਲਓ C1 ਦੀ ਵੈਲਿਊ 2 ਮਾਈਕਰੋਫੈਰਡ ਹੈ, C2 ਦੀ 3 ਮਾਈਕਰੋਫੈਰਡ ਹੈ ਤੇ C3 ਦੀ 4 ਮਾਈਕਰੋਫੈਰਡ ਹੈ. ਜਦੋਂ ਅਸੀਂ ਇਕੁਇਵਲੈਂਟ ਦੀ ਵੈਲਿਊ ਕੱਢਾਂਗੇ ਤਾਂ ਆਪਣੇ ਕੋਲ ਕੀ ਹੈ? 4 ਤੇ 3 7 ਤੇ 2 9. ਇਹਦਾ ਮਤਲਬ ਹਾਈਐਸਟ ਵੈਲਿਊ ਇਕੁਇਵਲੈਂਟ ਦੀ ਕੀ ਹੋਊਗੀ? 9 ਮਾਈਕਰੋਫੈਰਡ. ਤੇ ਵੱਡੇ ਤੋਂ ਵੱਡਾ ਕੈਪੈਸਿਟਰ ਤੁਸੀਂ ਕਿਹੜਾ ਲਾਇਆ ਸੀਗਾ ਪੈਰਲਲ ਦੇ 4. ਇਹਦਾ ਮਤਲਬ ਗ੍ਰੇਟਰ ਦੈਨ ਦੀ ਗ੍ਰੇਟੈਸਟ ਵੈਲਿਊ. ਇਹਦਾ ਮਤਲਬ ਸਾਨੂੰ ਇਹ ਪੁਆਇੰਟ ਕਲੀਅਰ ਹੋ ਗਿਆ ਵੀ ਜਦੋਂ ਅਸੀਂ ਸੀਰੀਜ਼ ਦੇ ਵਿੱਚ ਕੈਪੈਸਿਟਰ ਨੂੰ ਕਨੈਕਟ ਕਰਦੇ ਹਾਂ ਤਾਂ ਜਿਹੜੀ ਇਕੁਇਵਲੈਂਟ ਵੈਲਿਊ ਆਫ ਦੀ ਕੈਪੈਸਿਟੈਂਸ ਹੈ ਉਹ ਛੋਟੀ ਹੋ ਜਾਂਦੀ ਹੈ. ਸਮੋਲਰ ਵੈਲਿਊਜ਼ ਅਚੀਵ ਕਰਨੀ ਹੈ ਤਾਂ ਸੀਰੀਜ਼ 'ਚ ਕਨੈਕਟ ਕਰ ਦਿਓ. ਠੀਕ ਹੈ ਜੀ, ਤੇ ਜੇ ਗ੍ਰੇਟਰ ਵੈਲਿਊਜ਼ ਅਚੀਵ ਕਰਨੀ ਹੈ ਤਾਂ ਕਿਵੇਂ ਇਹਨੂੰ ਕਨੈਕਟ ਕਰੋ? ਇਕੁਇਵਲੈਂਟ ਦੀ ਪੈਰਲਲ ਦੇ ਵਿੱਚ, ਕਿਉਂਕਿ ਇੱਥੇ ਵੈਲਿਊ ਕੀ ਹੋ ਜਾਣੀ? ਗ੍ਰੇਟੈਸਟ. ਠੀਕ ਹੈ ਜੀ, ਨੁਕਤਾ ਕਿਹੜਾ ਯਾਦ ਰੱਖਣਾ? ਜਿਹੜੀ ਚੀਜ਼ ਟੁੱਟ ਜੇ ਉਹਨੂੰ ਜੋੜ ਦਿਓ. ਬਸ ਸਿੰਪਲ. ਇੱਥੇ ਆ ਕੇ ਥੋੜਾ ਜਿਹਾ ਸਟੈਪ ਜੇ ਤੁਸੀਂ ਆਹ ਸੋਲਵ ਕਰਨਾ ਚਾਹੁੰਦੇ ਹੋ dq by dt ਤਾਂ ਤੁਸੀਂ ਸੋਲਵ ਕਰ ਸਕਦੇ ਹੋ. ਠੀਕ ਹੈ ਜੀ, ਅਦਰਵਾਈਜ਼ ਆਪਣੇ ਕੋਲ ਕੀ ਹੈ? ਤੁਸੀਂ ਇਸ ਸਟੈਪ ਤੋਂ ਬਾਅਦ ਸਿੱਧਾ ਇਹ ਵੀ ਲਿਖ ਸਕਦੇ ਹੋ ਵੀ ਕਰੰਟ ਇਜ਼ ਇਕੁਅਲ ਟੂ rate of the change of the charge per unit time. So I1 is equal to Q1 plus Q2 plus Q3. ਉਸ ਤੋਂ ਬਾਅਦ ਜਿਹੜਾ ਇਹਨੂੰ ਸੋਲਵ ਕਰ ਸਕਦੇ. ਠੀਕ ਹੈ ਜੀ, ਉਮੀਦ ਕਰਦੇ ਹਾਂ ਜਿਹੜੇ ਅੱਜ ਦੇ ਆਰਟੀਕਲ ਜਿਹੜੇ ਆਪਾਂ ਕੀਤੇ ਆ ਤੁਹਾਨੂੰ ਸਮਝ ਲੱਗ ਗਏ ਹੋਣਗੇ. ਠੀਕ ਹੈ ਜੀ, ਜਿਹੜੀਆਂ ਵੀਡੀਓਜ਼ ਹੈ ਪਲੀਜ਼ ਉਹਨੂੰ ਐਂਡ ਤੱਕ ਦੇਖੋ. ਇੱਕ ਵੀਡੀਓ ਨੂੰ ਬਣਾਉਣ ਤੇ ਬਹੁਤ ਟਾਈਮ ਲੱਗਦਾ ਤੇ ਫ੍ਰੀ ਸਰਵਿਸ ਹੈ ਜਿਹੜੀ ਤੁਹਾਨੂੰ ਮਿਲ ਰਹੀ ਹੈ ਲੋਕਡਾਊਨ ਕਰਕੇ. ਇਸ ਲਈ ਪਲੀਜ਼ ਜਿਹੜੀਆਂ ਵੱਧ ਤੋਂ ਵੱਧ ਜਿਹੜੀਆਂ ਵੀਡੀਓਜ਼ ਤੁਹਾਡੇ ਕੋਲ ਪਹੁੰਚ ਰਹੀਆਂ ਉਹਨਾਂ ਨੂੰ ਲਾਈਕ ਕਰੋ, ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਜਿਹੜੀ ਵੀ ਵੀਡੀਓ ਜਦੋਂ ਵੀ ਪਾਈ ਜਾਂਦੀ ਹੈ ਉਸੇ ਸਮੇਂ ਤੱਕ ਤੁਹਾਡੇ ਕੋਲ
ਪਹੁੰਚ ਸਕੇ। ਠੀਕ ਹੈ ਜੀ, ਵਿਦਆਊਟ ਬੈਨੀਫਿਟ ਹੈ ਜਿਹੜੀ ਇਹ ਟਰਮ ਤੁਹਾਡੇ ਵਾਸਤੇ, ਇਹ ਸਰਵਿਸ ਹੈ ਜਿਹੜੀ ਪ੍ਰੋਵਾਈਡ ਕੀਤੀ ਜਾ ਰਹੀ ਹੈ। ਥੈਂਕਸ ਐਂਡ ਹੈਵ ਅ ਨਾਈਸ ਡੇ।